ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਆ ਉਡਾਰੀ ਵਿਦੇਸ਼ਾਂ ਨੂੰ। ਆਸ ਚਤਾਉਣੀ ਹੈ ਚੜ੍ਹਦੀ ਕਲਾ 'ਚ ਹੋਵੋਗੇ ਤੁਸੀਂ ਸਾਰੇ। ਔਰ ਇਨਫੋਰਮੇਸ਼ਨ ਫਿਰ ਤੋਂ ਵਿਦੇਸ਼ ਨੂੰ ਉਡਾਰੀ ਮਾਰਨ ਨੂੰ ਲੈ ਕੇ ਹੈ ਔਰ ਚਰਚਾ 'ਚ ਇੱਕ ਵਾਰੀ ਫਿਰ ਤੋਂ ਮੇਰੇ ਨਾਲ ਜੁੜੇ ਨੇ ਗੋਵ ਵੀਜ਼ਾ ਤੋਂ ਮੈਡਮ ਰਿਤੂ। ਬਹੁਤ-ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਠੀਕ ਠਾਕ ਹੋ ਜੀ? ਹਾਂਜੀ ਜੀ। ਸੋ ਸਾਡੇ ਜਿਹੜੇ ਦਰਸ਼ਕ ਨੇ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ। ਲਾਈਵ ਪ੍ਰੋਗਰਾਮ, ਲਾਈਵ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ। ਕੈਨੇਡਾ ਜਾਣਾ ਚਾਹੁੰਦੇ ਹੋ, ਯੂਕੇ ਜਾਣਾ ਚਾਹੁੰਦੇ ਹੋ, ਤੁਹਾਡੇ ਜ਼ਿਹਨ 'ਚ ਬਹੁਤ ਸਾਰੇ ਸਵਾਲ ਨੇ। ਇਹ ਇੱਕ ਮਾਤਰ ਐਸਾ ਮੰਚ ਹੈ, ਲਾਈਵ ਮੌਕਾ ਦੇ ਰਿਹਾ ਤੁਹਾਨੂੰ ਸਵਾਲਾਂ ਦੇ ਜਵਾਬ ਲੈਣ ਦਾ। ਸੋ ਜਿਹੜੇ ਸਟੂਡੈਂਟ ਸਾਡੇ ਸਾਨੂੰ ਅਕਸਰ ਕਾਲ ਕਰਦੇ ਨੇ ਯੂਕੇ ਬਾਰੇ ਇਨਫੋਰਮੇਸ਼ਨ ਲੈਣ ਦੇ ਲਈ, ਕੈਨੇਡਾ ਔਰ ਕੈਨੇਡਾ ਸੈਟਲਮੈਂਟ ਆਪਸ਼ਨ ਬਾਰੇ, ਤਾਂ ਉਹ ਸਾਰੇ ਚਰਚਾ ਦੇ ਅੱਜ ਸਾਡੇ ਵਿਸ਼ਾ ਰਹਿਣਗੇ। ਮੈਮ, ਸਭ ਤੋਂ ਪਹਿਲਾਂ ਯੂਕੇ ਤੋਂ ਸ਼ੁਰੂ ਕਰਾਂਗੇ। ਯੂਕੇ ਨੂੰ ਲੈ ਕੇ ਮਾਰਕੀਟ 'ਚ ਨੈਗੇਟਿਵਿਟੀ ਥੋੜ੍ਹੀ ਜਿਹੀ ਫੈਲਣੀ ਸ਼ੁਰੂ ਹੋ ਗਈ ਹੈ ਉੱਥੇ ਹੀ, ਲੇਕਿਨ ਕੁਐਰੀ ਘੱਟ ਨਹੀਂ ਰਹੀ ਹੈ। ਵਿਦਆਊਟ ਆਇਲਸ ਨੂੰ ਲੈ ਕੇ ਬਹੁਤ ਸਾਰੇ ਕੁਐਸਚਨਸ ਨੇ, ਤਾਂ ਯੂਕੇ ਦਾ ਥੋੜ੍ਹਾ ਜਿਹਾ ਨਿਚੋੜ ਪਹਿਲਾਂ ਹੀ ਕੱਢ ਦਈਏ ਵੀ ਯੂਕੇ ਐਪਲੀਕੇਸ਼ਨ ਲਏਗਾ, ਚੱਲੇਗਾ, ਯੂਕੇ ਚੱਲ ਰਿਹਾ, ਯੂਕੇ ਵੀਜ਼ਾ ਸਿਨੈਰੀਓ ਕਿਸ ਤਰੀਕੇ ਦਾ ਚੱਲ ਰਿਹਾ ਅੱਜ? ਸਭ ਤੋਂ ਪਹਿਲਾਂ ਤਾਂ ਮੈਮ ਯੂਕੇ ਦੀ ਬਹੁਤ ਸਾਰੀ ਕੈਟੇਗਰੀਜ਼ ਹੈ ਜਿਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਟਾਇਰ 4 ਕੈਟੇਗਰੀ ਦੇ ਅੰਡਰ ਤੁਹਾਡਾ ਲੌਂਗ ਟਰਮ ਸਟੂਡੈਂਟ ਵੀਜ਼ਾ ਵੀ ਆਉਂਦਾ, ਤੁਹਾਡਾ ਸ਼ਾਰਟ ਟਰਮ ਵੀ ਆਉਂਦਾ ਹੈ। ਅਤੇ ਜੇ ਤੁਸੀਂ ਵਿਦਆਊਟ ਆਇਲਸ ਪਲਾਨ ਕਰ ਰਹੇ ਹੋ, ਜੇ ਤੁਹਾਡੇ ਮਾਰਕਸ ਜਿਹੜੇ ਹੈ 75% ਤੋਂ ਘੱਟ ਨੇ ਇੰਗਲਿਸ਼ ਦੇ ਵਿੱਚ, ਜੇ ਤੁਹਾਡੇ ਕੋਲ CBSE ਬੋਰਡ ਨਹੀਂ ਹੈ, ਸਟੇਟ ਬੋਰਡ ਦੀ +2 ਤੁਸੀਂ ਕੀਤੀ ਹੈ, ਗ੍ਰੈਜੂਏਸ਼ਨ ਕੀਤੀ ਹੈ ਤੁਸੀਂ, ਜਿਹਦੇ ਵਿੱਚ ਤੁਹਾਡੇ ਇੰਗਲਿਸ਼ ਦੇ ਵਿੱਚ ਘੱਟ ਨੰਬਰ ਹੈ, ਤੁਸੀਂ ESL ਪ੍ਰੋਗਰਾਮ ਨੂੰ ਆਪਣਾ ਜਿਹੜਾ ਬੇਸ ਹੈ ਉਹ ਬਣਾ ਕੇ ਤੁਸੀਂ ਆਪਣਾ ਜਿਹੜਾ ਵੀਜ਼ਾ ਹੈ ਉਹ ਲੈ ਸਕਦੇ ਹੋ। ESL ਦਾ ਮਤਲਬ ਕੀ ਹੁੰਦਾ ਹੈ? ESL ਦਾ ਮਤਲਬ ਹੁੰਦਾ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ। ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਦੇ ਵਿੱਚ ਤੁਸੀਂ, ਜੇ ਤੁਹਾਡੀ ਇੰਗਲਿਸ਼ ਦੇ ਵਿੱਚ ਵਧੀਆ ਨੰਬਰ ਨਹੀਂ ਹੈ, ਤੁਸੀਂ ਇੰਗਲਿਸ਼ ਪੜ੍ਹ ਕੇ ਅੱਗੇ ਆਪਣੀ ਸਟੱਡੀਜ਼ ਜਿਹੜੀ ਹੈ ਯੂਕੇ ਦੇ ਵਿੱਚ ਕੰਟੀਨਿਊ ਕਰਨਾ ਚਾਹੁੰਦੇ ਹੋ, ਅਸੀਂ ਉਸ ਬੇਸਿਸ ਤੇ ਤੁਹਾਡੀ ਜਿਹੜੀ ਫਾਈਲਿੰਗ ਹੈ ਕਰਕੇ ਤੁਹਾਨੂੰ ਵੀਜ਼ਾ ਲੈ ਕੇ ਦੇ ਸਕਦੇ ਹਾਂ। ਠੀਕ ਹੈ ਜੀ। ਦਰਸ਼ਕ ਸਾਡੇ ਨਾਲ ਜੁੜ ਰਹੇ ਨੇ ਕਾਲਰਸ ਤੇ ਅਸੀਂ ਸਵਾਲ ਲੈ ਲੈਣਾ ਜੀ। ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ, ਕੀ ਹਾਲ ਹੈ ਜੀ? ਜੀ ਗੁੱਡ ਹੈ ਜੀ। ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ, ਸਵਾਲ ਕੀ ਹੈ ਜੀ ਤੁਹਾਡਾ? ਹਾਂਜੀ, ਸੰਧੂ ਨਾਮ ਜੀ ਮੇਰਾ। ਸੰਧੂ? ਹਾਂਜੀ ਹਾਂਜੀ, ਕਿੱਥੋਂ ਬੋਲ ਰਹੇ ਹੋ ਸੰਧੂ ਸਾਹਿਬ? ਮੈਮ ਮੈਂ ਮੋਹਾਲੀ ਤੋਂ ਗੱਲ ਕਰ ਰਿਹਾ। ਮੋਹਾਲੀ ਤੋਂ, ਠੀਕ ਹੈ। ਹਾਂਜੀ, ਕੀ ਸਵਾਲ ਹੈ ਸਰ ਤੁਹਾਡਾ? ਮੈਮ ਮੈਂ ਨਾ ਟੋਲੀ ਹੈਗਾ ਓਕੇ। ਤੇ ਮੈਂ ਕਾਫੀ ਕੰਟਰੀਜ਼ ਵਿਜ਼ਿਟ ਕਰ ਚੁੱਕਿਆ। ਠੀਕ ਹੈ। ਤੇ ਮੈਂ PR ਵੀ ਅਪਲਾਈ ਕਰਨਾ ਚਾਹੁੰਦਾ ਕੈਨੇਡਾ ਦੀ। ਓਕੇ, ਠੀਕ ਹੈ। ਕੁਆਲੀਫਿਕੇਸ਼ਨ ਐਕਸਪੀਰੀਅੰਸ ਵੀ ਹੈਗਾ ਕਾਫੀ। ਓਕੇ, ਮੈਂ ਐਕਸਪੀਰੀਅੰਸ ਬੀਟੈਕ ਕੀਤੀ ਹੈ ਮੈਮ। ਬੀਟੈਕ ਕਰੀ ਹੈ। ਔਰ ਏਜ ਕਿੰਨੀ ਹੈ ਤੁਹਾਡੀ? ਏਜ ਮੈਮ 32 ਹੈ। 32। ਐਕਸਪੀਰੀਅੰਸ ਕਿੰਨੇ ਸਾਲਾਂ ਦਾ ਹੈ? ਐਕਸਪੀਰੀਅੰਸ ਮੇਰਾ ਹੈਗਾ 7-8 ਸਾਲਾਂ ਦਾ। ਓਕੇ, ਠੀਕ ਹੈ। ਆਇਲਸ ਵਗੈਰਾ ਕੁਝ ਕੀਤਾ ਹੈ ਤੁਸੀਂ? ਮੈਮ ਆਇਲਸ ਮੇਰੇ 7 ਬੈਂਡ ਈਚ ਨੇ। ਓਕੇ, 7 ਬੈਂਡ ਈਚ ਨੇ, ਠੀਕ ਹੈ। ਸਵਾਲ ਕੀ ਹੈ ਤੁਹਾਡਾ? ਪ੍ਰੋਪਰ ਐਗਜ਼ੈਕਟ ਸੈਟਲਮੈਂਟ ਆਪਸ਼ਨ ਲੱਭ ਰਹੇ ਹੋ? ਹਾਂਜੀ, ਮੇਰਾ ਕੁਐਸਚਨ ਐਕਚੁਅਲੀ ਇਹ ਹੈ ਕਿ ਮੈਂ ਆਈ ਵਾਂਟ ਟੂ ਸੈਟਲ ਡਾਊਨ ਇਨ ਕੈਨੇਡਾ। ਆਈ ਵਾਂਟ ਟੂ ਅਪਲਾਈ ਫॉर PR। ਠੀਕ ਹੈ। ਓਕੇ ਮੈਮ, ਹੋਰ ਵੀ ਸਾਨੂੰ ਕੋਈ ਡਿਟੇਲਸ ਦੀ ਜ਼ਰੂਰਤ ਹੈ? ਬਿਲਕੁਲ ਨਹੀਂ ਮੈਮ। ਇਹ ਇੱਕ ਕੈਟੇਗਰੀ ਜਿਹਦੀ ਗੱਲ ਅਸੀਂ ਹਰ ਵਾਰ ਕਰਦੇ ਹਾਂ ਇਸ ਸ਼ੋਅ ਦੇ ਵਿੱਚ ਬਹਿ ਕੇ, ਸੈਲਫ ਇੰਪਲੋਇਡ ਜਿਸ ਨੂੰ ਅਸੀਂ ਨਾਂ ਦਿੱਤਾ ਹੈ, ਜਿਹਦੇ ਵਿੱਚ ਜਿੰਨੇ ਵੀ ਐਕਟਰ ਹੈਗੇ ਹੈ, ਜਿੰਨੇ ਵੀ ਆਰਟਿਸਟ ਨੇ, ਆਰਟਿਸਟ ਜਿਵੇਂ ਕਮੇਡੀਅਨ ਵੀ ਹੋ ਸਕਦੇ ਨੇ, ਆਰਟਿਸਟ ਉਹ ਵੀ ਹੋ ਸਕਦੇ ਨੇ, ਜਿਹੜੇ ਐਂਕਰਸ ਹੁੰਦੇ ਹੈ, ਜਿਹੜੇ ਐਕਟਰਸ ਹੁੰਦੇ ਹੈ, ਜਿਵੇਂ ਮਿਊਜ਼ਿਕ ਤੋਂ ਰਿਲੇਟਿਡ ਢੋਲੀ, ਇਹਨਾਂ ਨੇ ਆਪਣਾ ਇੰਟਰੋਡਕਸ਼ਨ ਜਿਹੜਾ ਹੈ ਸਾਨੂੰ ਦੱਸਿਆ ਹੈ। ਇਹ ਵੀ PR ਜਿਹੜੀ ਹੈ ਅਪਲਾਈ ਕਰ ਸਕਦੇ ਹੈ। ਇਹਨਾਂ ਦਾ ਜਿਹੜਾ ਸਾਨੂੰ ਮਿਨੀਮਮ 5 ਸਾਲਾਂ ਦਾ, 2 ਤੋਂ 5 ਸਾਲਾਂ ਦਾ ਐਕਸਪੀਰੀਅੰਸ ਵੀ ਨੀਡ। ਜਿਹੜੀ ਵੀ ਕੰਟਰੀ 'ਚ ਇਹਨਾਂ ਨੇ ਵਿਜ਼ਿਟ ਕੀਤਾ ਹੈ ਕਿ ਉਹ ਇਸੇ ਸੇਮ ਬੇਸਿਸ ਤੇ ਕੀਤਾ ਹੈ, ਤੇ ਇਹਨਾਂ ਨੂੰ ਬੇਸਿਕਲੀ ਇਸ ਕੈਟੇਗਰੀ ਦੇ ਵਿੱਚ ਵੀ ਡੋਂਟ ਨੀਡ ਐਨੀ ਆਇਲਸ। ਸਾਨੂੰ ਆਇਲਸ ਦੀ ਵੀ ਲੋੜ ਨਹੀਂ ਹੈ। ਬਿਨਾਂ ਆਇਲਸ ਵੀ ਤੁਸੀਂ ਜਿਹੜੀ ਆਪਣੀ ਫਾਈਲ ਹੈ ਉਹ ਅਪਲਾਈ ਕਰ ਸਕਦੇ ਹੋ, ਤੇ ਆਪਣੀ ਜਿਹੜੀ PR ਦੀ ਕੈਟੇਗਰੀ ਦੇ ਵਿੱਚ ਤੁਸੀਂ ਆਪਣੀ ਫਾਈਲ ਹੈ ਅਪਲਾਈ ਕਰਕੇ ਆਪਣਾ ਵੀਜ਼ਾ ਵੀ ਲੈ ਸਕਦੇ ਹੋ ਜੀ। ਨੈਕਸਟ ਕਾਲਰ ਦਾ ਸਵਾਲ ਲੈ ਲੈਣਾ ਸੰਧੂ ਸਾਹਿਬ। ਹੋਪਫੁਲੀ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਸਾਡੇ ਸ਼ੋਅ ਤੋਂ ਬਾਅਦ ਇੱਕ ਵਾਰੀ ਕਾਲ ਕਰ ਲਿਓ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਕੀ ਨਾਮ ਹੈ ਔਰ ਕੀ ਜਾਣਕਾਰੀ ਚਾਹੁੰਦੇ ਹੋ? ਹਾਂਜੀ, ਮੈਂ ਸੁਖਦੇਵ ਜੀ ਗੱਲ ਕਰ ਰਿਹਾ ਜੀ, ਜਲੰਧਰ ਤੋਂ। ਸੁਖਦੇਵ ਜੀ। ਜੀ ਸਰ, ਕੀ ਸਵਾਲ ਹੈ? ਮੈਂ ਦੇਖੋ ਜੀ ਆ ਜਾਣਨਾ ਚਾਹੁੰਦਾ ਸੀਗਾ, ਮੇਰੇ ਬੇਟੇ ਨੇ +2 ਕੀਤੀ ਹੈ ਜੀ 2021 ਵਿੱਚ। ਠੀਕ ਹੈ। ਤੇ ਆਇਰਲੈਂਡ ਦੇ ਵਿੱਚ ਉਹਦੇ ਬੈਂਡ ਹੈਗੇ ਜੀ 5.5। ਓਕੇ। ਤੇ ਉਹਦਾ ਮੈਂ ਆਸਟ੍ਰੇਲੀਆ ਦਾ ਦੇਖ ਰਿਹਾ ਸੀਗਾ ਜੀ। ਕੀ ਉਹ ਓਕੇ, ਠੀਕ ਹੈ। 5.5 ਈਚ ਹੈ? ਹਾਂਜੀ ਹਾਂਜੀ, 5.5 ਈਚ ਹੈਗੀ ਹੈ ਜੀ। ਓਕੇ ਜੀ, ਠੀਕ ਹੈ। ਥੈਂਕ ਯੂ ਸੁਖਦੇਵ ਜੀ। ਤੁਸੀਂ TV ਸਕਰੀਨ ਤੇ ਆਪਣਾ ਆਨਸਰ ਸੁਣ ਸਕਦੇ ਹੋ ਸਾਡੇ ਤੋਂ। ਮੈਡਮ, ਆਸਟ੍ਰੇਲੀਆ 2021 ਬਹੁਤ ਕੁਐਰੀ ਹੈ,
ਸੁਖਦੇਵ ਜੀ ਨੂੰ ਕੀ ਕਹੋਗੇ? ਬਿਲਕੁਲ ਮੈਮ, ਆਸਟ੍ਰੇਲੀਆ ਸ਼ੁਰੂ ਤੋਂ ਹੀ ਜਿਨ੍ਹਾਂ ਬੱਚਿਆਂ ਦੇ ਘੱਟ ਬੈਂਡ ਰਹਿੰਦੇ ਆ ਉਹਨਾਂ ਦੀ ਇੱਕ ਪ੍ਰੈਫਰੈਂਸ ਜਿਹੜੀ ਹੈ ਬਣੀ ਹੀ ਰਹਿੰਦੀ ਹੈ। ਜੇ ਤੁਸੀਂ ਆਪਣਾ ਕੋਰਸ ਅਪਲਾਈ ਕਰਦੇ ਹੋ ਆਸਟ੍ਰੇਲੀਆ ਲਈ, ਤੁਹਾਨੂੰ ਐਲੀ ਕੋਰਸ ਪਹਿਲਾਂ ਆਪਣੀ ਫਾਈਲ ਦੇ ਵਿੱਚ ਲੈਣਾ ਪਏਗਾ। ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਪਹਿਲਾਂ ਕਿ ਯੂਕੇ ਦੇ ਵਿੱਚ ESL ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਨੂੰ ਤੁਸੀਂ ਲੈ ਕੇ ਆਪਣੀ ਫਾਈਲ ਪ੍ਰੋਸੀਡ ਕਰ ਸਕਦੇ ਹੋ। ਬਿਲਕੁਲ ਇਸੇ ਤਰ੍ਹਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਐਲੀ ਕੋਰਸ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਹਾਨੂੰ ਕੁਝ ਮੰਥਸ ਦੇ ਵਿੱਚ ਕੁਝ ਵੀਕਸ ਲਈ ਤੁਹਾਨੂੰ ਇੰਗਲਿਸ਼ ਪੜ੍ਹ ਕੇ ਅਗਲਾ ਜਿਹੜਾ ਲੈਵਲ ਹੈ ਡਿਪਲੋਮਾ ਲੀਡਿੰਗ ਟੂ ਡਿਗਰੀ ਵੀ ਤੁਸੀਂ ਲੈ ਸਕਦੇ ਹੋ। ਤੇ ਇਹਦੇ ਵਿੱਚ ਬਸ ਸਾਨੂੰ ਜਿਹੜੀ ਕੈਂਡੀਡੇਟ ਦੀ ਇੰਟੈਂਸ਼ਨਸ ਹੈ, ਜਿਹੜਾ ਸਟੂਡੈਂਟ ਹੈ, ਇੱਕ ਬੱਚਾ ਆਪਣੇ ਫਿਊਚਰ ਲਈ ਸੋਚ ਰਿਹਾ ਹੈ, ਜੇ ਤਾਂ ਤੁਸੀਂ ਇੱਥੇ ਆਪਣਾ ਆਇਲਸ ਰਿਪੀਟ ਕਰ ਸਕਦੇ ਹੋ ਬਹੁਤ ਹੀ ਵਧੀਆ ਗੱਲ ਹੈ। ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਆਲਰੇਡੀ ਗੈਪ ਪੈ ਗਿਆ ਹੈ ਤੇ ਤੁਹਾਨੂੰ ਹੋਰ ਵੇਟ ਨਹੀਂ ਕਰਨਾ ਚਾਹੀਦਾ, ਬਿਕੋਜ਼ ਸਮ ਟਾਈਮ ਬੱਚਾ ਕੀ ਕਰਦਾ ਹੈ, ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ, ਚਾਰ ਵਾਰੀ ਆਇਲਸ ਰਿਪੀਟ ਕਰਦਾ ਹੈ ਤੇ ਉਹਦਾ ਜੋ ਕਦੇ ਇੱਕ 'ਚ ਘੱਟ ਚਲੇ ਜਾਂਦਾ ਹੈ, ਕਦੇ ਸਾਰਿਆਂ 'ਚ ਘੱਟ ਹੋ ਜਾਂਦਾ ਹੈ। ਤੇ ਇਸ ਕਰਕੇ ਵੀ ਤੁਸੀਂ ਜਿਹੜੀ ਆਪਣੀ ਫਾਈਲ ਹੈ ਵਿਦ ਐਲੀ ਕੋਰਸ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਤੁਹਾਨੂੰ ਆਪਣੀ ਸਟੇਟਮੈਂਟ ਆਫ ਪਰਪਸ, ਤੁਹਾਡੀ ਇੰਟੈਂਸ਼ਨ ਲੈਟਰ, ਤੁਹਾਡੀ ਕਵਰਿੰਗ ਲੈਟਰ, ਉਹਦੇ ਵਿੱਚ ਤੁਸੀਂ ਆਪਣੀ ਪੂਰੀ ਜਿਹੜੀ ਸਟੋਰੀ ਹੈ ਉਹ ਤੁਸੀਂ ਪਾ ਕੇ ਵੀ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ। ਜਿਹੜਾ ESL ਹੈਗਾ ਆ, ਇਹਦੀ ਡਿਊਰੇਸ਼ਨ ਕਿੰਨੇ ਟਾਈਮ ਦੀ ਹੈ ਜਾਂ ਇਹ ਵੀ ਕੰਟਰੀ ਟੂ ਕੰਟਰੀ ਵੈਰੀ ਕਰਦਾ? ਇਹ ਮੈਮ ਬਿਲਕੁਲ ਕੰਟਰੀ ਟੂ ਕੰਟਰੀ ਵੈਰੀ ਕਰਦਾ ਹੈ। ਜਿਹੜਾ ਅਸੀਂ ਤੁਹਾਨੂੰ ਯੂਕੇ ਦੇ ਵਿੱਚ ਪ੍ਰੋਵਾਈਡ ਕਰ ਰਹੇ ਹਾਂ, ਯੂਕੇ ਦੇ ਵਿੱਚ ਇਟ ਵਿਲ ਬੀ ਫਰੋਮ 6 ਮੰਥ ਟੂ 1 ਈਅਰ। ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਕਰ ਰਹੇ ਹੋ, ਆਸਟ੍ਰੇਲੀਆ ਦੇ ਵਿੱਚ ਸਪੈਸ਼ਲਿਸਟ ਕੈਟੇਗਰੀ ਦੇ ਵਿੱਚ ਵੀਜ਼ਾ ਨਹੀਂ ਹੈ, ਤੁਹਾਨੂੰ ਇਸ ਕੈਟੇਗਰੀ ਦੇ ਨਾਲ ਆਪਣੇ ਡਿਪਲੋਮਾ ਦੇ ਵਿੱਚ ਐਡਮਿਸ਼ਨ ਲੈਣੀ ਪੈਂਦੀ ਹੈ, ਡਿਗਰੀ ਦੇ ਵਿੱਚ ਐਡਮਿਸ਼ਨ ਲੈਣੀ ਪੈਂਦੀ ਹੈ। ਪਹਿਲਾਂ ਤੁਹਾਨੂੰ ਸ਼ੁਰੂ ਦੇ 2 ਤੋਂ 4 ਮਹੀਨੇ ਜਿਹੜੀ ਐਲੀ ਕੋਰਸ ਹੈ ਇੰਗਲਿਸ਼ ਹੈ ਉਹਦੀ ਸਟੱਡੀ ਕਰਨੀ ਪੈਂਦੀ ਹੈ। ਉਸ ਤੋਂ ਬਾਅਦ ਯੂ ਕੈਨ ਗੋ ਫॉर योर डिप्लोमा प्रोग्राम। ठीक है, अगले दर्शक ਦੇ ਸਵਾਲ ਲੈ ਲੈਣੇ ਆ ਜੀ। ਸਤਿ ਸ਼੍ਰੀ ਅਕਾਲ, ਕੀ ਜਾਣਕਾਰੀ ਚਾਹੁੰਦੇ ਹੋ ਜੀ? मैं एक बात कर रही हूँ। कित्थों बोल रहे हो? संगरूर जी, की जानकारी? स्टडी वीजे के लिए इंक्वायरी है। मेरे ना एक 5.5 बैंड है, वैसे ओवरऑल मेरे 6.5 है और मैं ऑस्ट्रेलिया और कनाडा के लिए देख रही हूँ। तो मुझे ये कंफर्म करना है किसमें मेरा सक्सेस रेट जाता है। 2021 पास आउट हूँ मैं 12th। कितने नंबर ने 12th ਦੇ ਵਿੱਚ? मैं मेरे 12th से 85। ਕਿਹੜੀ ਸਟਰੀਮ ਨਾਲ ਕੀਤੀ ਹੈ 12th? मैं कॉमर्स। ਕਾਮਰਸ ਦੇ ਨਾਲ, ਓਕੇ ਜੀ। हाँ जी। ਇੱਕ ਮੋਡਿਊਲ 5.5? ਇੱਕ ਤੇ 5.5 ਨੇ, ਵੈਸੇ ਮੈਂ ਓਵਰਆਲ 6.5। ਠੀਕ ਹੈ, ਥੈਂਕ ਯੂ ਮੈਡਮ ਨਾਲ ਜੋੜਨ ਲਈ। ਟੀਵੀ ਸਕਰੀਨ ਤੇ ਆਪਣਾ ਆਨਸਰ ਸੁਣ ਸਕਦੇ ਹੋ। ਕੀ ਆਪਸ਼ਨਸ ਦਵੋਗੇ ਮੈਮ ਏਕਮ ਨੂੰ? ਯੈਸ, ਏਕਮ ਦੇ ਲਈ ਜੇ ਆਪਾਂ ਗੱਲ ਕਰਦੇ ਹਾਂ, ਕਿਉਂਕਿ ਇੱਕ ਮੋਡਿਊਲ ਦੇ ਵਿੱਚ 5.5 ਹੈ ਤੇ ਬੱਚੇ ਨੇ ਆਪਣਾ ਜਵਾਬ ਆਪਣੇ ਆਪ ਹੀ ਦੇ ਦਿੱਤਾ ਹੈ ਕਿ ਉਹ ਆਸਟ੍ਰੇਲੀਆ ਤੇ ਕੈਨੇਡਾ ਦੋਨੋਂ ਹੀ ਐਕਸਪਲੋਰ ਕਰ ਰਿਹਾ ਹੈ। ਜੇ ਆਪਾਂ ਨੂੰ ਬਿਲਕੁਲ ਹੀ ਸ਼ੋਰਿਟੀ ਨਾਲ ਕੰਮ ਕਰਾਉਣਾ, ਆਈ ਥਿੰਕ ਯੂ ਸ਼ੁੱਡ ਗੋ ਫॉर ਆਸਟ੍ਰੇਲੀਆ ਸਟੂਡੈਂਟ ਵੀਜ਼ਾ, ਬਿਕੋਜ਼ ਆਸਟ੍ਰੇਲੀਆ ਦੇ ਵਿੱਚ देयर इज नो ਕੰਡੀਸ਼ਨ ਕਿ ਤੁਹਾਨੂੰ 6 ਈਚ ਰਿਕੁਆਇਰਮੈਂਟ ਹੈ। ਬਟ ਕੈਨੇਡਾ ਦੇ ਵਿੱਚ ਜਿਹੜਾ ਆਪਾਂ ਸਕਸੈਸ ਰੇਟ ਦੇਖ ਰਹੇ ਹਾਂ, ਜ਼ਿਆਦਾਤਰ 6 ਈਚ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਤੇ ਮੈਂ ਤੁਹਾਨੂੰ ਰეკਮੈਂਡ ਕਰਾਂਗੀ ਗੋ ਫॉर ਆਸਟ੍ਰੇਲੀਆ। ਆਸਟ੍ਰੇਲੀਆ ਦੇ ਵਿੱਚ ਯੂ ਕੈਨ ਗੈਟ ਡਿਗਰੀ ਪ੍ਰੋਗਰਾਮ, ਯੂ ਕੈਨ ਗੈਟ ਐਡਮਿਸ਼ਨ ਇਨਟੂ ਯੂਨੀਵਰਸਿਟੀ ਜਿਸਮੇ ਜਿਹਦੇ ਵਿੱਚ ਤੁਹਾਡਾ ਜਿਹੜਾ ਵੀਜ਼ਾ ਹੈ ਉਹ ਜ਼ਿਆਦਾ ਸ਼ੋਰਿਟੀ ਨਾਲ ਆਏਗਾ। ਤੁਸੀਂ ਆਪਣੇ ਜਿਹੜੀ ਪ੍ਰੋਫਾਈਲ ਹੈ ਉਹਨੂੰ ਹੋਰ ਇੰਪਰੂਵ ਕਰਕੇ ਤੁਸੀਂ ਉੱਥੇ ਬਾਅਦ 'ਚ PR ਵੀ ਲੈ ਸਕਦੇ ਹੋ। ਜੀ, ਤੁਹਾਡੇ ਨਾਲ ਅਸੀਂ ਨੰਬਰ ਲਗਾਤਾਰ ਸਾਂਝੇ ਕਰ ਰਹੇ ਹਾਂ, ਤੁਸੀਂ ਇਹਨਾਂ ਨੰਬਰਸ 'ਤੇ ਕਾਲ ਕਰ ਸਕਦੇ ਹੋ। ਬਾਕੀ ਤੁਸੀਂ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਇਸ ਨੂੰ ਉਡਾਰੀ ਵਿਦੇਸ਼ਾਂ ਦੇ ਫੇਸਬੁੱਕ ਪੇਜ 'ਤੇ, ਇਸ ਤੋਂ ਇਲਾਵਾ ਤੁਸੀਂ ਗੋ ਵੀਜ਼ਾ ਦੇ ਫੇਸਬੁੱਕ ਪੇਜ 'ਤੇ ਵੀ ਦੇਖ ਸਕਦੇ ਹੋ। ਜਿਵੇਂ ਜਿਵੇਂ ਸਟੂਡੈਂਟ ਦੇ ਵੀਜ਼ਾ ਗ੍ਰਾਂਟ ਹੁੰਦੇ ਨੇ, ਇਹਨਾਂ ਦੇ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੀ ਜ਼ੁਬਾਨੀ, ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਸਟੂਡੈਂਟ ਦਾ ਸਾਂਝਾ ਕੀਤਾ ਜਾਂਦਾ, ਤਾਂ ਤੁਸੀਂ ਉਸ ਐਕਸਪੀਰੀਅੰਸ ਦਾ ਬੈਨੀਫਿਟ ਵੀ ਲੈ ਸਕਦੇ ਹੋ। ਕੋਈ ਵੀ ਕੰਟਰੀ ਹੈ ਆਪੋ ਆਪਣੇ ਹਿਸਾਬ ਨਾਲ ਕੋਰਸ ਦੀ ਡਿਊਰੇਸ਼ਨ ਦਿੰਦੀ ਹੈ। ਇੱਥੇ ਇਹ ਵੀ ਮੈਟਰ ਕਰਦਾ ਹੈ ਕਿ ਤੁਸੀਂ ਪਾਸ ਆਊਟ ਕਦੋਂ ਦੇ ਹੋਣੇ ਚਾਹੀਦੇ ਹੋ। ਕਿ 2020 ਪਾਸ ਆਊਟ ਬੱਚਾ ਜਿਹਨੇ ਆਸਟ੍ਰੇਲੀਆ ਅਪਲਾਈ ਕਰਨਾ ਹੈ ਉਹ ਐਲੀ ਕੋਰਸ ਨਾਲ ਲੈ ਕੇ ਅਪਲਾਈ ਕਰ ਸਕਦਾ ਹੈ ਕਿਸੇ ਪ੍ਰੋਗਰਾਮ ਦੇ ਵਿੱਚ? ਮੈਮ ਇਹ ਕੁਐਸਚਨ ਤੁਹਾਡਾ ਬਹੁਤ ਹੀ ਵਧੀਆ ਹੈ, ਬਟ ਮੈਨੂੰ ਲੱਗਦਾ ਹੈ ਕਿ ਜਿਵੇਂ ਮੈਂ ਹਰ ਵਾਰੀ ਇਹ ਗੱਲ ਹਮੇਸ਼ਾ ਹੀ ਕਹਿੰਦੀ ਹਾਂ ਕਿ ਅੱਜ ਕੱਲ੍ਹ ਦਾ ਜਿਹੜਾ ਯੂਥ ਹੈ ਬਹੁਤ ਅਵੇਅਰ ਹੋ ਚੁੱਕਿਆ ਹੈ। ਕੋਈ ਵੀ ਆਪਣੀ ਪ੍ਰੋਫਾਈਲ ਦੇ ਵਿੱਚ ਗੈਪ ਪਾਉਣਾ ਨਹੀਂ ਚਾਹੁੰਦਾ, ਉਹ ਕੁਛ ਨਾ ਕੁਛ ਸਾਈਡ ਬਾਈ ਸਾਈਡ ਜ਼ਰੂਰ ਕਰ ਰਿਹਾ ਹੁੰਦਾ ਹੈ। ਜਾਂ ਤਾਂ ਉਹਦੇ ਕੋਲ ਰਿਫਿਊਜ਼ਲ ਹੁੰਦੀ ਹੈ ਕਿ ਉਹਨੇ ਕਿਸੇ ਕੰਟਰੀ ਦੇ ਵਿੱਚ ਅਪਲਾਈ ਕੀਤਾ ਸੀਗਾ ਬਟ ਵੀਜ਼ਾ ਨਹੀਂ ਆਇਆ, ਉਹਨੇ ਆਫਰ ਲੈਟਰ ਲਿੱਤੀ ਬਟ ਉਹਨੇ ਅਪਲਾਈ ਨਹੀਂ ਕੀਤਾ ਡਿਊ ਟੂ ਸਮ ਰੀਜ਼ਨਸ। ਵੀ ਨੀਡ ਦੈਟ ਸਟੋਰੀ ਕਿ ਤੁਸੀਂ ਬੇਸਿਕਲੀ ਕੀਤਾ ਕੀ ਹੈ। ਜੇ ਤੁਹਾਨੂੰ ਐਦਾਂ ਲੱਗ ਰਿਹਾ ਹੈ ਕਿ ਤੁਹਾਡੇ ਨਾਲ ਤੁਸੀਂ ਆਪਣੇ ਪ੍ਰੋਫਾਈਲ ਤੇ ਬਹੁਤ ਜ਼ਿਆਦਾ ਅਡਿੱਗ ਸੀਗੇ ਪਰ ਤੁਹਾਡੇ ਨਾਲ ਹੀ ਕੁਝ ਗਲਤ ਹੋਇਆ, ਤੁਹਾਡਾ ਕਿਸੇ ਕੰਸਲਟੈਂਟ ਕਰਕੇ ਜਾਂ ਕਿਸੇ ਦੇ ਕਰਕੇ ਤੁਹਾਡੀ ਫਾਈਲ ਨਹੀਂ ਰਿਪਰੈਜ਼ੈਂਟ ਹੋ ਪਾਈ ਟਾਈਮ ਨਾਲ ਤੇ ਤੁਹਾਡਾ ਗੈਪ ਪੈ ਗਿਆ ਹੈ, ਜੀ ਹੋਲਡ ਕਰੋ ਜੀ। ਤੁਸੀਂ ਆਪਣੀ ਜਿਹੜੀ ਫਾਈਲ ਹੈ US ਲਈ ਮੈਡਮ ਜ਼ਰੂਰ ਹੋਲਡ ਲਾਓ ਕਰੋ ਜੀ। US ਲਈ ਲਾਓ। ਤੁਸੀਂ ਉੱਥੇ ਇੰਟਰਵਿਊ ਦੇ ਵਿੱਚ ਆਪਣੇ ਆਪ ਨੂੰ ਐਕਸਪਲੇਨ ਕਰ ਸਕਦੇ ਹੋ। ਐਕਸਪਲੇਨ ਕਰਕੇ ਤੁਸੀਂ ਜਿਹੜੀ ਵੀ ਤੁਹਾਡੀ ਆਪਣੀ ਜਿਹੜੀ ਸਿਚੁਏਸ਼ਨ ਹੈ ਉਹ ਐਕਸਪਲੇਨ ਕਰਕੇ ਆਪਣਾ ਜਿਹੜਾ ਵੀਜ਼ਾ ਲੈ ਸਕਦੇ ਹੋ। ਜੀ, ਕਾਲਰ ਅਗਲੇ ਨਾਲ ਜੁੜੇ ਹੋਏ ਨੇ। ਮੇਰੀ ਬੇਨਤੀ ਹੈ ਸਾਡੇ ਦਰਸ਼ਕਾਂ ਨੂੰ, ਜਦੋਂ ਵੀ ਕਾਲ ਕਰਦੇ ਹੁੰਦੇ ਹੋ ਆਪਣੀ ਆਵਾਜ਼ ਜਿਹੜੀ ਹੈ ਟੀਵੀ ਤੇ ਵਾਪਸ ਨਾ ਸੁਣਿਆ ਕਰੋ। ਜੀ ਸਵਾਗਤ ਹੈ, ਕੀ ਸਵਾਲ ਹੈ ਤੁਹਾਡਾ? मैम मैं हरप्रीत बात कर रही हूँ लुधियाना से। मैंने PR के लिए ट्राई करना है, मेरे 6.5 बैंड्स हैं
मैं पीएनटी में कर सकती हूँ या एक्सप्रेस एंट्री में मेरा बन पाएगा? आप मुझे थोड़ा बताएंगे? मैम आप प्रॉपर अपनी प्रोफाइल डिस्कस करो हमारे साथ में। ਤੁਹਾਡੀ ਕੁਆਲੀਫਿਕੇਸ਼ਨ मैंने ਕੀ ਹੈ? मैंने पोस्ट ग्रेजुएशन की हुई है। ਓਕੇ, ਕਦੋਂ ਕੀਤੀ ਹੈ? हाँ जी, 2018 में। ਓਕੇ, में एक्सपीरियंस है? ਕਿਸ ਫੀਲਡ 'ਚ ਐਕਸਪੀਰੀਅੰਸ ਹੈ ਮੈਮ ਤੁਹਾਨੂੰ? मैम एक्सपीरियंस है टीचिंग विच में एक्सपीरियंस है ਟੀਚਿੰਗ ਕਿੰਨੇ ਸਾਲਾਂ ਦਾ? 4 साल का। 4 ਸਾਲ ਦਾ। ਓਕੇ, ਏਜ ਕਿੰਨੀ ਹੈ ਤੁਹਾਡੀ? 27। ਠੀਕ ਹੈ ਜੀ, 4 ਸਾਲ ਦਾ ਐਕਸਪੀਰੀਅੰਸ, 27 ਪੀਜੀ ਇਹਨਾਂ ਨੇ ਕੋਰਸ ਕੀਤਾ ਹੈ, 2018 ਦੇ ਪਾਸ ਆਊਟ ਨੇ। ਕੁਝ ਹੋਰ ਵੀ ਜਾਣਕਾਰੀ ਚਾਹੀਦੀ ਹੈ ਮੈਮ ਸਾਨੂੰ ਇਹਨਾਂ ਨੂੰ ਗਾਈਡ ਕਰਨ ਦੇ ਲਈ? ਬੈਂਡ ਸਕੋਰ ਇਹਨਾਂ ਦਾ 6.5 ਹੈਗਾ। 6.5 ਹੈਗਾ ਹੈ। ਤੇ ਮੈਮ ਈਚ ਮੋਡਿਊਲ ਕਿੰਨਾ ਇਹਨਾਂ ਦਾ? ਮੈਮ ਈਚ ਮੋਡਿਊਲ ਸਕੋਰ ਕੀ ਹੈ ਤੁਹਾਡਾ? मैम नॉट लेस देन 6। ਨਾਟ ਲੈਸ ਦੈਨ 6। ਓਕੇ ਮੈਮ ਦੇਖੋ ਪੀਆਰ ਦੇ ਵਿੱਚ ਬਹੁਤ ਹੀ ਜ਼ਿਆਦਾ ਜੇ ਆਪਾਂ ਕਰੀਏ ਬਹੁਤ ਡਿਟੇਲ ਦੇ ਵਿੱਚ ਕਾਉਂਸਲਿੰਗ ਹੁੰਦੀ ਹੈ, ਬਿਕੋਜ਼ ਹਰ ਇੱਕ ਕੈਂਡੀਡੇਟ ਦਾ ਪ੍ਰੋਵਿੰਸ ਨੂੰ ਲੈ ਕੇ ਪ੍ਰੈਫਰੈਂਸ ਵੀ ਹੁੰਦਾ ਹੈ। ਸਮ ਟਾਈਮ ਕੈਂਡੀਡੇਟ ਦਾ ਇਹ ਵੀ ਪ੍ਰੈਫਰੈਂਸ ਹੁੰਦਾ ਹੈ ਕਿ ਉਹਦੇ ਕੋਲ ਆਪਣਾ ਸਪਾਂਸਰ ਵੀ ਹੁੰਦਾ ਹੈ, ਉਹਦੇ ਕੋਲ ਆਪਣਾ ਸਿਬਲਿੰਗ ਵੀ ਉੱਥੇ ਬਲੱਡ ਰਿਲੇਸ਼ਨ 'ਚ ਹੁੰਦਾ ਹੈ। ਤੇ ਇਹ ਸਾਰੀਆਂ ਗੱਲਾਂ ਨੂੰ ਧਿਆਨ ਰੱਖ ਕੇ ਆਪਾਂ ਨੂੰ ਸਭ ਤੋਂ ਪਹਿਲਾਂ ਅਸੈਸਮੈਂਟ ਵੱਲ ਜਾਣਾ ਚਾਹੀਦਾ ਹੈ। ਜੇ ਤੁਸੀਂ ਅਸੈਸਮੈਂਟ ਫੋਨ ਤੇ ਕਰਾਉਣਾ ਚਾਹੁੰਦੇ ਹੋ ਦੈਟ ਇਜ਼ ਟੋਟਲੀ ਫ੍ਰੀ ਆਫ ਕਾਸਟ। ਜੇ ਤੁਸੀਂ ਹੁਣੇ ਆਪਣੇ ਬਾਰੇ ਪੁੱਛਣਾ ਚਾਹੁੰਦੇ ਹੋ, ਟੀਚਰ ਦਾ ਜਿਹੜਾ ਪ੍ਰੋਫਾਈਲ ਹੈ 2 ਪ੍ਰੋਵਿੰਸਸ ਦੇ ਵਿੱਚ ਆਕੂਪੇਸ਼ਨ ਇਨ ਡਿਮਾਂਡ ਚੱਲ ਰਿਹਾ ਹੈ, ਜਿਹਦੇ ਵਿੱਚ ਇੱਕ ਸਾਡੇ ਕੋਲ ਸਸਕੈਚੁਅਨ ਹੈ, ਇਸ ਤੋਂ ਇਲਾਵਾ ਐਲਬਰਟਾ ਹੈ। ਤੇ ਤੁਸੀਂ ਦੋਨੋਂ ਪ੍ਰੋਵਿੰਸ ਲਈ ਐਲੀਜੀਬਲ ਹੋ ਬਿਕੋਜ਼ ਤੁਹਾਡੇ ਨਾਟ ਲੈਸ ਦੈਨ 6 ਪੁਆਇੰਟਸ ਨੇ। ਜੇ ਤੁਹਾਡੇ ਕੋਲ ਕਿਸੇ ਵੀ ਪ੍ਰੋਵਿੰਸ ਦਾ ਸਪਾਂਸਰ ਹੈ, ਜਿਵੇਂ ਅੱਜ ਆਪਾਂ ਇੱਕ ਹੋਰ ਗੱਲ ਮੈਮ ਸ਼ੇਅਰ ਕਰਦੇ ਹਾਂ ਕਿ ਕਈਆਂ ਦੇ ਰਿਲੇਟਿਵ ਜਿਹੜੇ ਹੈ ਫੋਰਨ ਕੈਨੇਡਾ ਦੇ ਵਿੱਚ ਰਹਿੰਦੇ ਆ, ਦੇ ਹੈਵ ਗੁੱਡ ਇਨਕਮ, ਦੇ ਹੈਵ ਗੁੱਡ ਸਪੇਸ ਇਨ देयर ਹੋਮ, ਦੇ ਹੈਵ देयर 올ਡ ਏਜ ਪੇਰੈਂਟਸ, ਜਾਂ ਫਿਰ ਉਹਨਾਂ ਦੇ ਕੋਲ ਛੋਟੇ ਬੱਚੇ ਹੁੰਦੇ ਆ। ਜੇ ਤੁਹਾਡੇ ਕੋਲ ਇੱਦਾਂ ਦੀ ਫੈਮਿਲੀ ਤੁਹਾਡੇ ਕੌਨਫੀਡੈਂਸ 'ਚ ਹੈ, ਤੁਹਾਡੇ ਰਿਲੇਸ਼ਨ ਦੇ ਵਿੱਚ ਹੈ, ਤੁਸੀਂ ਉਹਨਾਂ ਤੋਂ ਵੀ ਸਪਾਂਸਰ ਲੈ ਕੇ ਆਪਣੀ ਜਿਹੜੀ ਫਾਈਲ ਹੈ ਵਰਕ ਪਰਮਿਟ ਦੇ ਵਿੱਚ ਲਾ ਸਕਦੇ ਹੋ, ਜਿਹਦੇ ਵਿੱਚ ਤੁਹਾਡਾ ਜਿਹੜਾ ਸਾਰਾ ਖਰਚਾ ਹੈ ਤੁਸੀਂ ਬਚਾ ਕੇ ਸਿਰਫ ਸਰਕਾਰੀ ਫੀਸਾਂ ਦੇ ਨਾਲ ਆਪਣੀ ਜਿਹੜੀ ਫਾਈਲ ਹੈ ਲਾ ਕੇ ਪੀਆਰ ਵੀ ਲੈ ਸਕਦੇ ਹੋ। ਓਕੇ, ਦਰਸ਼ਕ ਨਾਲ ਨੇ ਜੀ, ਸਵਾਗਤ। ਕੀ ਜਾਣਕਾਰੀ ਚਾਹੁੰਦੇ ਹੋ ਜੀ? हेलो, ਸਤਿ ਸ਼੍ਰੀ ਅਕਾਲ, ਕੀ ਸਵਾਲ ਹੈ? सत श्री अकाल मैम। मैम मेरा सवाल है कि मैं ना 12th की हुई है 2021 से, ਠੀਕ ਹੈ मैं यूएस आना चाहती हूँ, विदाउट आवर्स पॉसिबल हो सकता है? ਮੈਮ ਨੰਬਰ ਕਿੰਨੇ ਨੇ ਤੁਹਾਡੇ? मेरे नंबर 70% देखे है, 70 नंबर। ਓਕੇ, ਠੀਕ ਹੈ। ਵਿਦਆਊਟ ਆਇਲਸ ਕਿਹੜੀ ਸਟਰੀਮ ਕੀਤੀ ਹੈ ਤੁਸੀਂ ਪਲੱਸ 2 ਚ? मैं कमर्स की है मैम। ਕਾਮਰਸ ਦੇ ਨਾਲ। ਓਕੇ ਜੀ। ਮੈਡਮ ਟੀਵੀ ਸਕਰੀਨ ਤੇ ਤੁਸੀਂ ਆਪਣਾ ਆਨਸਰ ਸੁਣ ਸਕਦੇ ਹੋ। ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਹੋਰ ਵੀ ਬਹੁਤ ਸਾਰੇ ਦਰਸ਼ਕਾਂ ਨੂੰ ਯੂਐਸਏ ਜਾਣ ਦੇ ਪ੍ਰਤੀ ਜਾਣਕਾਰੀ ਜ਼ਰੂਰ ਦੇਣੀ ਚਾਹਾਂਗੇ। ਰਾਈਟ ਮੈਮ, ਮੈਂ ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚੇ ਜਿਨ੍ਹਾਂ ਦਾ 5.5 ਓਵਰਆਲ ਆ ਰਿਹਾ ਹੈ, ਜਾਂ ਫਿਰ ਉਹ ਬਹੁਤ ਹੀ ਵਧੀਆ ਸਕਾਲਰ ਨੇ ਇੱਥੇ ਬਟ ਉਹਨਾਂ ਨੇ ਆਇਲਸ ਨਹੀਂ ਕੀਤਾ ਹੈ, ਜਾਂ ਫਿਰ ਉਹਨਾਂ ਦੀ ਪਹਿਲਾਂ ਤੋਂ ਪਲੈਨਿੰਗ ਚੱਲਦੀ ਪਈ ਹੈ ਕਿ ਉਹਨਾਂ ਨੇ ਕੋਈ GRE, GMAT ਜਾਂ ਟੋਫਲ ਵਗੈਰਾ ਵੀ ਕੀਤਾ ਹੋਇਆ ਹੈ, ਮੈਂ ਸਾਰਿਆਂ ਨੂੰ ਰეკਮੈਂਡ ਕਰਾਂਗੀ। ਯੂਐਸ ਦੇ ਜਿਹੜੇ ਸਟੱਡੀ ਵੀਜ਼ਾਜ਼ ਹੈ ਓਪਨ ਹੋ ਚੁੱਕੇ ਹੈ, ਬਹੁਤ ਹੀ ਵਧੀਆ ਜਿਹੜਾ ਸਕਸੈਸ ਰੇਟ ਹੈ ਹੁਣ ਆਪਣਾ ਆਉਣਾ ਹੈ, ਬਿਕੋਜ਼ ਉਹਨਾਂ ਨੇ ਇੱਕ ਕੋਟਾ ਜਿਹੜਾ ਹੈ ਉਹ ਪਾਸ ਕਰ ਦਿੱਤਾ ਹੈ ਕਿ ਉਹਨਾਂ ਨੇ ਹੁਣ ਇੰਨੇ ਵੀਜ਼ੇ ਦੇਣੇ ਹੈ। ਤੇ ਜੇ ਆਪਾਂ ਆਲਰੇਡੀ ਪਲਾਨ ਕਰ ਰਹੇ ਹਾਂ ਜਾਂ ਫਿਰ ਆਪਾਂ ਬਾਕੀ ਕੰਟਰੀਜ਼ ਤੋਂ ਪਰੇਸ਼ਾਨ ਹੋ ਚੁੱਕੇ ਹਾਂ ਕਿ ਸਾਡੇ ਇੱਕ ਮੋਡਿਊਲ ਕਰਕੇ ਵੀਜ਼ਾ ਰਿਫਿਊਜ਼ ਹੋ ਗਿਆ, ਫੰਡਸ ਵਧੀਆ ਨਹੀਂ ਸੀਗੇ ਤਾਂ ਰਿਫਿਊਜ਼ ਹੋ ਗਿਆ, ਪੁਰਾਣੇ ਨਹੀਂ ਸੀਗੇ ਤਾਂ ਰਿਫਿਊਜ਼ ਹੋ ਗਿਆ, ਜਾਂ ਫਿਰ ਹੋਰ ਕੋਈ ਤੁਹਾਨੂੰ ਪਰੇਸ਼ਾਨੀ ਆ ਰਹੀ, ਤੁਸੀਂ ਇੱਕ ਵਾਰੀ ਯੂਐਸ ਵੱਲ ਜ਼ਰੂਰ ਅਪਲਾਈ ਕਰੋ। ਬਿਕੋਜ਼ ਯੂਐਸ ਦਾ ਸਭ ਤੋਂ ਜ਼ਿਆਦਾ ਜਿਹੜਾ ਪਲੱਸ ਪੁਆਇੰਟ ਹੈ, ਇੱਕ ਦਿਨ ਪੁਰਾਣੇ ਫੰਡ ਵੀ ਦਿਖਾ ਸਕਦੇ ਹੋ, ਥਰਡ ਪਾਰਟੀ ਵੀ ਸਪਾਂਸਰ ਕਰ ਸਕਦੀ ਹੈ, ਤੇ ਇਸ ਤੋਂ ਇਲਾਵਾ ਤੁਸੀਂ ਆਪਣੀ ਜਿਹੜੀ ਫਾਈਲ ਹੈ ਉਹਦੇ ਵਿੱਚ ਖੁਦ ਆਪਣਾ ਐਕਸਪਲੇਨੇਸ਼ਨ ਜਿਹੜਾ ਐਮਬੈਸੀ ਦੇ ਵੀਜ਼ਾ ਅਫਸਰ ਅੱਗੇ ਦੇ ਸਕਦੇ ਹੋ, ਤੇ ਟਿਊਸ਼ਨ ਫੀਸ ਜਿਹੜੀ ਹੈ ਉਹ ਵੀ ਵੀਜ਼ਾ ਤੋਂ ਬਾਅਦ ਪੇ ਕਰਨੀ ਜੀ। ਬਿਲਕੁਲ, ਮੇਰੀ ਗੁਜ਼ਾਰਿਸ਼ ਹੈ ਸਾਡੀ ਸਾਰੀ ਆਡੀਅנס ਨੂੰ ਜਿਹੜੇ ਸਾਨੂੰ ਸ਼ੋਅ ਦੇ ਦੌਰਾਨ ਕਾਲ ਕਰ ਰਹੇ ਨੇ, ਜਿਨ੍ਹਾਂ ਦਾ ਅਸੀਂ ਕਾਲ ਨਹੀਂ ਰਿਸੀਵ ਕਰ ਪਾ ਰਹੇ ਹਾਂ, ਉਹ ਸਾਡੀ ਤਸਵੀਰ ਕਲਿੱਕ ਕਰਕੇ ਰੱਖ ਲਓ ਆਪਣੇ ਮੋਬਾਈਲ ਫੋਨ 'ਚ। ਇਹਨਾਂ ਨੰਬਰਸ ਨੂੰ ਤੁਸੀਂ ਹੈਲਪਲਾਈਨ ਨੰਬਰ ਗੋ ਵੀਜ਼ਾ ਦੇ ਸੇਵ ਕਰ ਸਕਦੇ ਹੋ ਔਰ ਸਾਡੇ ਸ਼ੋਅ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ, ਕਿਉਂਕਿ ਤੁਹਾਡੀਆਂ ਕਾਲਸ ਤਾਂ ਅਸੀਂ ਖਿੜੇ ਮੱਥੇ ਪ੍ਰਵਾਨ ਕਰਨੀਆਂ ਹੀ ਨਹੀਂ, ਇਸ ਤੋਂ ਇਲਾਵਾ ਅਸੀਂ ਇਨਫੋਰਮੇਸ਼ਨ ਵੀ ਤੁਹਾਨੂੰ ਜਿਹੜੀ ਹੈ ਕੰਟਰੀ ਟੂ ਕੰਟਰੀ ਜ਼ਰੂਰ ਦੇਣੀ ਹੈ। ਮੈਡਮ ਜਿੱਦਾਂ ਸੈਲਫ ਇੰਪਲੋਇਡ ਪ੍ਰੋਗਰਾਮ ਹੈ, ਖਾਸੀਅਤ ਕੀ ਹੈ ਇਸ ਪ੍ਰੋਗਰਾਮ ਦੀ? ਡਿਊਰੇਸ਼ਨ ਕਿੰਨੀ ਕੁ ਲੱਗਦੀ ਪਈ ਹੈ ਇਸ ਪ੍ਰੋਗਰਾਮ ਦੇ ਵਿੱਚ ਫਾਈਲ ਲਾਂਚ ਕਰਨ ਦੇ ਲਈ? ਬਿਲਕੁਲ ਮੈਮ, ਇਹ ਬਹੁਤ ਹੀ ਇੱਕ ਤੁਸੀਂ ਵਧੀਆ ਕੁਐਸਚਨ ਪੁੱਟ ਕੀਤਾ, ਬਿਕੋਜ਼ ਸੈਲਫ ਇੰਪਲੋਇਡ ਕੈਟੇਗਰੀ ਇੱਕ ਤਾਂ ਬਹੁਤ ਹੀ ਘੱਟ ਕੰਸਲਟੈਂਟ ਜਿਹੜੇ ਹੈਗੇ ਇਹਨੂੰ ਪ੍ਰਮੋਟ ਕਰ ਰਹੇ ਨੇ, ਤੇ ਇਹਦੀ ਅਵੇਅਰਨੈਸ ਬਹੁਤ ਘੱਟ ਹੈ, ਕੈਂਡੀਡੇਟ ਨੂੰ ਵੀ ਨੌਲੇਜ ਘੱਟ ਹੈ ਕਿ ਕਿਹੜੀ ਕੈਟੇਗਰੀ ਇਹਦੇ ਵਿੱਚ ਅਪਲਾਈ ਕਰ ਸਕਦੇ, ਕਿਹੜੀ ਨਹੀਂ ਕਰ ਸਕਦੇ। ਬਿਕੋਜ਼ ਜਿਵੇਂ ਕੋਚ ਹੋ ਗਏ, ਪਲੇਅਰਸ ਹੋ ਗਏ ਜਿਹੜੇ ਨੈਸ਼ਨਲ ਲੈਵਲ ਤੇ ਗੇਮ ਖੇਲ ਰਹੇ ਨੇ, ਸਿੰਗਰ ਹੋ ਗਏ, ਸਾਡੇ ਪ੍ਰੋਡਿਊਸਰਸ ਹੋ ਗਏ, ਕੰਪੋਜ਼ਰਸ ਹੋ ਗਏ, ਡਾਇਰੈਕਟਰਸ ਹੋ ਗਏ, ਐਕਟਰਸ ਹੋ ਗਏ, ਜਾਂ ਜਿਵੇਂ ਆਪਾਂ ਆਰਟਿਸਟ ਦੀ ਗੱਲ ਕੀਤੀ ਜਿਹੜੇ ਮਿਊਜ਼ਿਕ ਤੋਂ ਰਿਲੇਟਡ ਨੇ, ਈਵਨ ਜਿਹੜੇ ਸਾਡੇ ਗੁਰਦੁਆਰੇ ਦੇ ਵਿੱਚ ਜਿਹੜੇ ਕੀਰਤਨ ਮੰਡਲੀ ਹੁੰਦੀ ਹੈ, ਦੇ ਕੈਨ ਆਲਸੋ ਅਪਲਾਈ ਫॉर ਦਿਸ ਪ੍ਰੋਗਰਾਮ। ਸਭ ਤੋਂ ਵੱਡੀ ਗੱਲ ਇਹਦੇ 'ਚ ਕੀ ਹੈ, ਜੇ ਤੁਸੀਂ ਕੋਈ ਫੋਕ ਸਿੰਗਰ ਹੋ, ਫੋਕ ਡਾਂਸਰ ਹੋ, ਤੁਹਾਨੂੰ ਕੋਈ ਐਜੂਕੇਸ਼ਨ ਦੀ ਲੋੜ ਨਹੀਂ, ਤੁਹਾਨੂੰ ਕੋਈ ਆਇਲਸ ਦੀ ਲੋੜ ਨਹੀਂ, ਤੁਹਾਨੂੰ ਐਕਸਪੀਰੀਅੰਸ ਸਿਰਫ ਚਾਹੀਦਾ ਹੈ, ਉਹ ਵੀ
5 ਸਾਲ ਦਾ ਮਿਨੀਮਮ ਐਕਸਪੀਰੀਅੰਸ ਤੁਹਾਨੂੰ ਰਿਕਵਾਇਰਡ ਹੈ ਕਿ ਤੁਸੀਂ ਇੰਨੇ ਜ਼ਿਆਦਾ ਜਿਹੜੇ ਸ਼ੋਜ਼ ਹੈ ਉਹ ਕੀਤੇ ਹੈ ਤੇ ਉਹਦੇ ਵਿੱਚ ਤੁਸੀਂ ਪਾਰਟਿਸਿਪੇਟ ਕੀਤਾ ਹੈ, ਤੁਹਾਡਾ ਐਕਸਪੀਰੀਅੰਸ ਟੋਟਲੀ ਜੈਨੂਇਨ ਹੋਣਾ ਚਾਹੀਦਾ, ਕੁਝ ਵੀ ਮੈਨੂਪੂਲੇਸ਼ਨ ਨਹੀਂ ਇਹਦੇ 'ਚ ਪਾਣੀ ਹੈ। ਤੇ ਇਹਦੀ ਜਿਹੜੀ ਪ੍ਰੋਸੈਸਿੰਗ ਟਾਈਮ ਹੈ ਤੇ ਸਭ ਤੋਂ ਇਹਦੇ 'ਚ ਵਧੀਆ ਗੱਲ ਕੀ ਹੈ ਕਿ ਦੇयर इज नो ਐਨੀ ਕਾਈਂਡ ਆਫ ਡਰਾ ਸਿਸਟਮ ਕਿ ਤੁਹਾਨੂੰ ਪੁਆਇੰਟ ਪੂਰੇ ਹੋਣੇ ਆ ਤਾਂ ਤੁਹਾਡੀ ਫਾਈਲ ਜਿਹੜੀ ਆ ਪਿਕ ਹੋਣੀ ਹੈ। ਇਹਦੇ ਵਿੱਚ ਡਾਇਰੈਕਟ ਸਬਮਿਸ਼ਨ ਜਿਹੜੀ ਹੈਗੀ ਹੈ, ਇੱਕ ਪਾਰਟਿਕੂਲਰ ਡਿਪਾਰਟਮੈਂਟ ਹੈ ਜੋ ਕਿ ਤੁਹਾਨੂੰ ਡਿਸਾਈਡ ਕਰਦਾ ਕਿ ਤੁਸੀਂ ਬਿਲਕੁਲ ਇਹਦੇ ਲਈ ਐਲੀਜੀਬਲ ਹੋ ਕਿ ਨਹੀਂ ਹੋ। ਉੱਥੇ ਤੁਹਾਡੀ ਡਾਇਰੈਕਟ ਸਬਮਿਸ਼ਨ ਹੁੰਦੀ ਹੈ ਤੇ ਵਿਦਨ 36 ਮੰਥਸ ਤੁਸੀਂ ਆਪਣੀ ਜਿਹੜੀ PR ਆ ਉਹ ਲੈ ਸਕਦੇ ਹੋ ਜੀ। ਠੀਕ ਹੈ, ਤਾਂ ਜਿੱਦਾਂ ਜਿਹੜੀ ਕੈਟਾਗਰੀਜ਼ ਮੈਡਮ ਨੇ ਹੁਣੇ ਅਨਾਉਂਸ ਕੀਤੀਆਂ ਨੇ, ਜੇਕਰ ਤੁਸੀਂ ਉਹਨਾਂ ਕਿਸੇ ਵੀ ਕੈਟਾਗਰੀ 'ਚ ਸ਼ੁਮਾਰ ਹੈਗੇ ਹੋ ਤਾਂ ਇਹਨਾਂ ਨੰਬਰ 'ਤੇ ਕਾਲ ਕਰਨਾ ਬਿਲਕੁਲ ਨਾ ਭੁੱਲਿਓ। ਔਰ ਅਗਲੇ ਦਰਸ਼ਕ ਦਾ ਸਵਾਲ ਲੈ ਲੈਂਦੇ ਹਾਂ ਜੀ। ਸਵਾਗਤ ਤੁਹਾਡਾ, ਸਤਿ ਸ਼੍ਰੀ ਅਕਾਲ, ਕੀ ਜਾਣਕਾਰੀ ਚਾਹੁੰਦੇ ਹੋ ਜੀ? ਸਤਿ ਸ਼੍ਰੀ ਅਕਾਲ ਜੀ। ਮੈਂ ਸ੍ਰਿਸ਼ਟੀ ਗੱਲ ਕਰ ਰਹੀ ਹਾਂ ਮੈਮ। ਮੈਂ ਮੇਰੇ ਬੇਟੀ ਵਾਸਤੇ ਪੁੱਛਣਾ ਹੈ। ਬੇਟਾ ਮੇਰਾ +2 ਚ ਹੈ। ਠੀਕ ਹੈ। ਤੇ ਕਾਮਰਸ ਵਿਦ ਮੈਥ ਹੈ ਤੇ ਮੈਂ ਉਹਨੂੰ +2 ਵਿੱਚ ਹੀ ਨਾਲ ਆਇਲਸ ਕਰਵਾਤੀ ਹੈ ਤੇ ਉਹਦੇ ਇੱਕ 5.5 ਹੈ, ਬਾਕੀ 6 ਹੈ। ਕੀ ਉਹ ਤਾਂ ਵੀਜ਼ਾ ਲੱਗ ਪਾਏਗਾ ਕੈਨੇਡਾ ਜਾਂ ਆਸਟ੍ਰੇਲੀਆ ਚ? ਕੈਨੇਡਾ ਜਾਂ ਆਸਟ੍ਰੇਲੀਆ, ਹਲੇ +2 ਰਨਿੰਗ ਹੈ ਨਾ? ਹਾਂਜੀ ਰਨਿੰਗ ਹੈ। ਓਕੇ ਮੈਮ, ਥੈਂਕ ਯੂ ਨਾਲ ਜੁੜਨ ਲਈ। ਤੁਸੀਂ ਆਨਸਰ ਸੁਣ ਸਕਦੇ ਹੋ ਜੀ। ਬੋਰਡ ਕਿਹੜਾ ਹੈ ਜੀ ਤੁਹਾਡੇ ਬੇਟੇ ਦਾ? ਪੰਜਾਬ ਬੋਰਡ ਮੈਮ। ਪੰਜਾਬ ਬੋਰਡ, ਓਕੇ ਠੀਕ ਹੈ। ਟੀਵੀ ਸਕਰੀਨ ਤੇ ਆਨਸਰ ਸੁਣੋ ਜੀ ਤੁਸੀਂ ਆਪਣਾ, ਕੀ ਕਹੋਗੇ ਮੈਮ? ਦੇਖੋ ਮੈਮ, ਬਿਲਕੁਲ ਇਹ ਬਹੁਤ ਹੀ, ਜਿਵੇਂ ਕਈ ਪੈਰੈਂਟਸ ਹੁੰਦੇ ਆ ਜਿਹੜੇ ਆਲਰੇਡੀ ਪ੍ਰੀ ਪਲਾਨਡ ਹੁੰਦੇ ਆ, ਬੱਚਿਆਂ ਦਾ ਗੈਪ ਇਸ ਕਰਕੇ ਨਹੀਂ ਪੈ ਪਾਉਂਦਾ ਬਿਕੋਜ਼ ਦੇ ਆਰ ਆਲਰੇਡੀ ਪਲਾਨਡ ਕਿ ਸਾਨੂੰ ਆਪਣੇ ਬੱਚਿਆਂ ਨੂੰ ਨਾਲ ਦੇ ਨਾਲ ਕਿਹੜੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਕਰਾਉਣੀ ਚਾਹੀਦੀ ਹੈ। ਬਹੁਤ ਹੀ ਵਧੀਆ ਗੱਲ ਹੈ, ਇਹਨਾਂ ਨੇ ਆਇਲਸ ਨਾਲ ਦੇ ਨਾਲ ਆਪਣੇ ਬੱਚੇ ਦੀ ਅਪਲਾਈ ਕੀਤੀ ਹੈ। ਇਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ 6 ਨਾਟ ਲੈਸ ਦੈਨ 5.5 ਬੈਂਡ ਨੇ। ਇੱਕ ਮੋਡਿਊਲ ਦੇ ਵਿੱਚ 5.5 ਬੈਂਡ ਹੈ। ਮੈਂ ਤੁਹਾਨੂੰ ਪ੍ਰੈਫਰ ਕਰਾਂਗੀ ਕਿ ਤੁਸੀਂ ਆਸਟ੍ਰੇਲੀਆ ਕਰੋ, ਪਰ ਹਲੇ ਸਾਡੇ ਕੋਲ ਬਹੁਤ ਟਾਈਮ ਹੈ। ਬੱਚਾ +2 ਪਰਸੂਇੰਗ ਹੈ। ਜੇ ਬੱਚਾ ਸਕੋਰ ਇੰਪਰੂਵ ਕਰ ਲੈਂਦਾ ਹੈ, ਈਚ ਮੋਡਿਊਲ ਦੇ ਵਿੱਚ 6 ਬੈਂਡ ਲੈ ਕੇ ਆਉਂਦਾ ਹੈ, ਕਮਰਸ ਦੇ ਵਿੱਚ ਮੈਥ ਨਾਲ ਲਿੱਤਾ ਹੈ, ਇਹ ਬਹੁਤ ਹੀ ਵਧੀਆ ਗੱਲ ਹੈ। ਇਹ ਪੁਆਇੰਟ ਜਿਹੜਾ ਹੈ ਸਾਡੇ ਇੰਡੀਆ ਦੇ ਵਿੱਚ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਹੈ, ਸਟੂਡੈਂਟਸ ਨੂੰ ਨਹੀਂ ਪਤਾ ਹੁੰਦਾ ਹੈ ਕਿ ਸਾਡੇ ਇੱਥੇ ਕਮਰਸ ਆਪਾਂ ਬਿਨਾਂ ਮੈਥ ਵੀ ਕਰ ਸਕਦੇ ਹਾਂ। ਬਟ ਜੇ ਆਪਾਂ ਬਿਜ਼ਨਸ ਪ੍ਰੋਗਰਾਮ ਲੈਣਾ ਹੈ ਫੋਰਨ ਕੰਟਰੀਜ਼ ਦੇ ਵਿੱਚ, ਮੈਥ ਜਿਹੜਾ ਸਬਜੈਕਟ ਹੈ ਮੈਂਡੇਟਰੀ ਹੁੰਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਜਿਹੜੀ ਆਪਣੀ ਬਿਲਕੁਲ ਕੋਰਸ ਦੀ ਦਿਸ਼ਾ ਹੈ ਉਹ ਚੇਂਜ ਕਰਨੀ ਪੈ ਸਕਦੀ ਹੈ। ਜੇ ਤੁਹਾਡੇ ਕੋਲ ਮੈਥ ਨਹੀਂ ਹੈ +2 ਦੇ ਵਿੱਚ, ਤੁਸੀਂ ਕਮਰਸ ਕੀਤੀ ਹੈ, ਤੁਹਾਡਾ ਪਲੈਨਿੰਗ ਬਿਜ਼ਨਸ ਮੈਨੇਜਮੈਂਟ ਦਾ ਹੀ ਸੀਗਾ ਬਟ ਯੂ ਵਰ ਨਾਟ ਅਵੇਅਰ ਅਬਾਊਟ ਕਿ ਤੁਹਾਨੂੰ ਮੈਥ ਸਬਜੈਕਟ ਬਹੁਤ ਇੰਪੋਰਟੈਂਟ ਹੈ, ਇਹਦੇ ਵਿੱਚ ਤੁਸੀਂ ਫਿਰ ਬਿਜ਼ਨਸ ਪ੍ਰੋਗਰਾਮ ਦੇ ਵਿੱਚ ਬਿਲਕੁਲ ਨਹੀਂ ਜਾ ਸਕਦੇ, ਤੁਹਾਨੂੰ ਹੋਰ ਕੋਈ ਐਡੀਸ਼ਨਲ ਪ੍ਰੋਗਰਾਮ ਲੈਣਾ ਪੈਣਾ ਹੈ। ਤੇ ਇਸ ਤੋਂ ਇਲਾਵਾ ਇਸ ਬੱਚੇ ਨੂੰ ਆਪਾਂ ਰეკਮੈਂਡ ਕਰਾਂਗੇ, ਜੇ ਤਾਂ ਇਸੇ ਸਕੋਰ ਨਾਲ ਅਪਲਾਈ ਕਰਨਾ ਹੈ, ਗੋ ਫॉर ਆਸਟ੍ਰੇਲੀਆ, ਅਦਰਵਾਈਜ਼ ਇੰਪਰੂਵ ਯੋਰ ਆਇਲ ਸਕੋਰ। ਠੀਕ ਹੈ ਜੀ, ਆਪਣਾ ਆਇਲ ਸਕੋਰ ਨੂੰ ਇੰਪਰੂਵ ਕਰੋ। ਬਾਕੀ ਕੋਈ ਵੀ ਡਿਟੇਲਸ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਜੁੜੋ। ਕੈਨੇਡਾ ਸਟੱਡੀ ਵੀਜ਼ਾ ਦਾ ਸਿਨੈਰੀਓ ਕੈਸਾ ਚੱਲ ਰਿਹਾ ਹੈ? ਕੋਈ ਆ ਰਹੀ ਹੈ ਪੋਜ਼ਿਟਿਵ ਵਾਈਬਸ ਉੱਥੋਂ ਕਿ ਹਾਂਜੀ ਵੀਜ਼ੇ ਆ ਰਹੇ ਨੇ ਹੁਣ, ਕਿਉਂਕਿ ਪਹਿਲਾਂ ਰੋਲਾ ਸੀ ਬਹੁਤ? ਰਾਈਟ, ਨਹੀਂ ਮੈਮ, ਵੀਜ਼ੇ ਹੁਣ ਬਹੁਤ ਜ਼ਿਆਦਾ ਆ ਰਹੇ ਨੇ ਬਿਕੋਜ਼ ਜਿੰਨੀ ਵੀ ਪੁਰਾਣੀ ਫਾਈਲਾਂ ਦਾ ਲੋਟ ਹੈ, ਇੱਕ ਤਾਂ ਉਹ ਲੋਟ ਵੀ ਕਲੀਅਰ ਹੋ ਰਿਹਾ ਹੈ, ਪਲੱਸ ਜਿਨ੍ਹਾਂ ਦੀ ਵੀ ਫਾਈਲ ਦੀ ਆਪਾਂ ਐਕਸਪੈਕਟ ਕਰ ਰਹੇ ਹਾਂ ਕਿ ਇਸ ਇਨਟੇਕ ਤੋਂ ਪਹਿਲਾਂ ਸਾਨੂੰ ਵੀਜ਼ਾ ਰਿਕਵਾਇਰਡ ਹੈ, ਸਾਰੇ ਹੀ ਬੱਚਿਆਂ ਦੀ ਜਿਹੜੀ ਫਾਈਲਿੰਗ ਹੈ ਉਹ ਬਹੁਤ ਟਾਈਮ ਨਾਲ ਵੀਜ਼ਾ ਦੇ ਜਿਹੜੇ ਸਟੇਟਸ ਹੈ ਕੈਂਡੀਡੇਟਸ ਨੂੰ ਆ ਰਹੇ ਨੇ। ਤੇ ਹੁਣ ਕੋਈ ਵੀ ਡਿਲੇ ਕਿਸੇ ਤਰ੍ਹਾਂ ਦਾ ਬਿਲਕੁਲ ਨਹੀਂ ਚੱਲ ਰਿਹਾ ਹੈ। ਸਪਾਊਸ ਨੂੰ ਲੈ ਕੇ ਵੀ ਬਹੁਤ ਸਾਰੀ ਆਪਸ਼ਨਸ ਆ ਗਈਆਂ, ਤੁਸੀਂ ਨਾਲ ਦੇ ਨਾਲ ਵੀ ਅਪਲਾਈ ਕਰ ਸਕਦੇ ਹੋ, ਜਾਣ ਤੋਂ ਬਾਅਦ ਵੀ ਅਪਲਾਈ ਕਰ ਸਕਦੇ ਹੋ। ਓਕੇ ਜੀ, ਕਾਲਰ ਨਾਲ ਨੇ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ, ਕੀ ਜਾਣਕਾਰੀ ਚਾਹੁੰਦੇ ਹੋ? ਹਾਂਜੀ ਮੈਂ ਕੋਮਲ ਬਾਤ ਕਰ ਰਹੀ ਹਾਂ ਮੈਮ, ਕਰਨਾਲ ਤੋਂ। ਕੋਮਲ ਕਰਨਾਲ ਜੀ। ਕੋਮਲ, ਕੀ ਜਾਣਕਾਰੀ ਚਾਹੁੰਦੇ ਹੋ? ਮੈਡਮ ਕੀਤੀ ਹੋਈ ਹੈ ਤੇ 3 ਸਾਲ ਤੋਂ ਮੈਂ ਟੀਚਿੰਗ ਲਾਈਨ ਜਾ ਕੀ ਮੇਰਾ PR ਲਈ ਅਪਲਾਈ ਹੋ ਸਕਦਾ ਹੈ? ਮੈਡਮ ਪਹਿਲਾਂ ਟੀਵੀ ਤੋਂ ਦੂਰ ਹੋ ਜਾਓ, ਪਿੱਛੇ ਸ਼ੋਰ ਬਹੁਤ ਪੈ ਰਿਹਾ ਤੁਹਾਡੇ। ਐਂਟੀਟੀ ਕੀਤੀ ਹੈ, 3 ਸਾਲ ਦਾ ਐਕਸਪੀਰੀਅੰਸ ਹੈ ਤੁਹਾਡੇ ਕੋਲ। ਹਾਂਜੀ ਹਾਂਜੀ। ਉਮਰ ਕਿੰਨੀ ਹੈ ਜੀ ਤੁਹਾਡੀ? ਹਾਂਜੀ ਮੈਮ। ਏਜ ਕਿੰਨੀ ਹੈ ਤੁਹਾਡੀ? ਏਜ 27। 27। ਆਇਲਸ ਕੀਤਾ? ਨੋ ਮੈਮ। ਨੋ। ਓਕੇ, ਤੁਹਾਨੂੰ ਕੁਐਰੀ ਹੈ ਤੁਹਾਡੀ, ਠੀਕ ਹੈ। ਤੁਹਾਨੂੰ ਦਿੰਨੇ ਆ ਜੀ ਆਨਸਰ ਅਸੀਂ। ਮੈਮ ਐਂਟੀਟੀ 3 ਸਾਲ ਦੇ ਤਜਰਬੇ ਦੇ ਨਾਲ। ਬਿਲਕੁਲ ਮੈਮ। ਆਪਸ਼ਨਸ ਦੇਖੋ, ਟੀਚਰਸ ਦੇ ਲਈ ਬਹੁਤ ਸਾਰੀ ਕੈਟੇਗਰੀ ਜਿਹੜੀ ਹੈ PR ਦੇ ਵਿੱਚ ਵੀ ਕੈਨ ਐਕਸਪਲੋਰ, ਜਿਹਦੇ ਵਿੱਚ ਇੱਕ ਆਉਂਦੀ ਹੈ ਹੋਮ ਸਪੋਰਟ ਵਰਕਰ, ਇੱਕ ਆਉਂਦੇ ਲਿਵ ਐਂਡ ਕੇਅਰ ਗਿਵਰ ਵਰਕਰ, ਇਸ ਤੋਂ ਇਲਾਵਾ ਯੂਥ ਐਂਡ ਚਾਈਲਡ ਕੇਅਰ ਵਰਕਰ। ਵੀ ਆਰ ਗੈਟਿੰਗ ਵੈਰੀ ਗੁੱਡ ਰਿਸਪੌਂਸ ਫਰੋਮ ਐਟਲੈਂਟਿਕ ਪ੍ਰੋਵਿੰਸਿਸ, ਜਿਨ੍ਹਾਂ ਨੂੰ ਇਸ ਫੀਲਡ ਦੇ ਵਿੱਚ ਬਹੁਤ ਸਾਰੇ ਜਿਹੜੇ ਕੈਂਡੀਡੇਟਸ ਹੈ ਉਹਨਾਂ ਦੀ ਰਿਕੁਆਇਰਮੈਂਟ ਹੈ। ਬਟ ਮੈਂ ਇਹ ਗੱਲ ਪਹਿਲਾਂ ਹੀ ਕਹਿਣਾ ਚਾਹੁੰਦੀ ਹਾਂ ਕਿ ਜੇ ਤੁਸੀਂ PR ਦੇ ਲਈ ਅਪਲਾਈ ਕਰਨਾ ਹੈ, ਤੁਹਾਨੂੰ GT ਦੇ ਵਿੱਚ ਜਨਰਲ ਕੈਟੇਗਰੀ ਦੇ ਵਿੱਚ ਆਇਲਸ ਕਰਨੀ ਬਹੁਤ ਹੀ ਮੈਂਡੇਟਰੀ ਹੈ। ਬਿਨਾਂ ਆਇਲਸ ਨਾ ਤਾਂ ਤੁਸੀਂ ਕੈਨੇਡਾ ਦੀ PR ਅਪਲਾਈ ਕਰ ਸਕਦੇ ਹੋ,
ਐਕਸੈਪਟ ਸੈਲਫ ਐਮਪਲੋਇਡ ਕੈਟੇਗਰੀ ਦੇ ਵਿੱਚ ਨਹੀਂ ਜ਼ਰੂਰਤ, ਬਟ ਜੇ ਤੁਸੀਂ PR PNP ਦੇ ਥਰੂ ਜਾਣਾ ਹੈ ਜਾਂ ਐਕਸਪ੍ਰੈਸ ਦੇ ਥਰੂ ਜਾਣਾ ਹੈ, ਤੁਹਾਨੂੰ ਆਇਲਸ ਬਹੁਤ ਜ਼ਿਆਦਾ ਮੈਂਡੇਟਰੀ ਹੈ, ਭਾਵੇਂ ਤੁਹਾਡੇ ਕੋਲ ਸਪਾਂਸਰਸ਼ਿਪ ਵੀ ਹੋਵੇ, ਭਾਵੇਂ ਤੁਹਾਡੇ ਕੋਲ ਕੋਈ ਸਿਬਲਿੰਗ ਤੁਹਾਡਾ ਉੱਥੇ ਬਲੱਡ ਰਿਲੇਸ਼ਨ ਦੇ ਵਿੱਚ ਵੀ ਹੋਵੇ, ਤੇ ਤੁਸੀਂ ਬਿਲਕੁਲ ਅਪਲਾਈ ਕਰ ਸਕਦੇ ਹੋ। ਡਿਟੇਲਡ ਜਿਹੜੇ ਪੁਆਇੰਟਸ ਦੀ ਕੈਲਕੂਲੇਸ਼ਨ ਹੈ ਉਹਦੇ ਲਈ ਤੁਸੀਂ ਸਾਡੇ ਆਫਿਸ ਦੇ ਵਿੱਚ ਜ਼ਰੂਰ ਸੰਪਰਕ ਕਰੋ। ਅਸੀਂ ਤੁਹਾਨੂੰ ਰਿਟਨ ਦੇ ਵਿੱਚ ਜਿਹੜੀ ਅਸੈਸਮੈਂਟ ਹੈ, ਜਿਹੜੇ ਪੈਨਲ ਤੇ ਸਾਡੇ IRCC ਮੈਂਬਰ ਕੰਮ ਕਰਦੇ, CICC ਮੈਂਬਰਸ ਕੰਮ ਕਰਦੇ ਨੇ, ਉਹ ਵੀ ਤੁਹਾਨੂੰ ਰਿਟਨ ਰਿਪੋਰਟ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਸਕਦੇ ਨੇ ਜੀ। ਥੈਂਕ ਯੂ ਜੀ ਸਾਡੇ ਨਾਲ ਜੁੜਨ ਦੇ ਲਈ। ਬਾਕੀ ਹੋਰ ਵੀ ਸਾਡੇ ਦਰਸ਼ਕ ਜਿਨ੍ਹਾਂ ਦੀ ਕੁਝ ਐਸੀ ਰਲਮੀ ਜੀ ਪ੍ਰੋਫਾਈਲ ਹੈ, ਉਹ ਵੀ ਸਾਡੇ ਨਾਲ ਇਸ ਮਾਧਿਅਮ ਦੇ ਰਾਹੀਂ ਜੁੜ ਸਕਦੇ ਨੇ। ਮੈਡਮ, ਇੱਕ ਬੱਚਾ ਇੰਡਸਟਰੀ 'ਚ ਐਸਾ ਵੀ ਹੈ ਜਿਹਨੂੰ ਬਹੁਤ ਇੰਟੈਲੀਜੈਂਟ ਹੈ, SGS ਨੌਨ SGS ਪ੍ਰੋਪਰ ਤਰੀਕੇ ਨਾਲ ਬੱਚੇ ਨੂੰ ਜਾਣਕਾਰੀ ਹੈ, ਔਰ SGS ਕੈਟਾਗਰੀ ਵਾਲਾ ਕੁਝ ਸਟੂਡੈਂਟ ਐਸੇ ਜਿਹੜੇ ਕਹਿੰਦੇ ਵੀ ਮੇਰਾ ਤਾਂ ਸ਼ੋਰਟ ਵੀਜ਼ਾ ਵੱਟ ਦੇ ਉੱਪਰ ਹੀ ਪਿਆ, ਓਵਰ ਕੌਨਫੀਡੈਂਟ ਬੱਚਾ। ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਕਿ SGS 'ਚ ਤੁਸੀਂ ਫਾਲ ਕਰਦੇ ਹੋ, 100% ਸ਼ੋਰਟੀ ਵੀ ਤੁਹਾਡਾ ਵੀਜ਼ਾ ਆਏਗਾ ਹੀ ਆਏਗਾ? ਵੈਸੇ ਤਾਂ ਮੈਮ ਐਸ ਪਰ ਜਿੰਨਾ ਸਾਡਾ ਕਰੀਅਰ ਹੋ ਗਿਆ ਹੈ, ਜਿਨ੍ਹਾਂ ਦੀ SGS ਪ੍ਰੋਫਾਈਲ ਹੈ, ਅੱਜ ਤੱਕ ਅਸੀਂ ਵੀਜ਼ਾ ਹੀ ਲਿੱਤੇ ਹੈ। ਜੇ ਬੱਚੇ ਨੂੰ ਇਹ ਪਤਾ ਹੈ ਕਿ ਕੀ ਰਿਕੁਆਇਰਮੈਂਟ ਹੈ, ਉਹ ਸਾਰੀ ਚੀਜ਼ਾਂ ਗਾਈਡਲਾਈਨਸ ਨੂੰ ਫੋਲੋ ਕਰਦਾ ਹੈ, ਤੇ ਉਹਦਾ ਵੀਜ਼ਾ ਹੀ ਆਉਂਦਾ ਹੈ। ਜਾਂ ਤਾਂ ਉਹਦੀ ਪ੍ਰੋਫਾਈਲ ਦੇ ਵਿੱਚ ਕੋਰਸ ਰੈਲੇਵੈਂਸੀ ਨਾ ਹੋਵੇ, ਜਾਂ ਬੱਚਾ ਸਮ ਟਾਈਮ ਕੀ ਹੁੰਦਾ ਹੈ, ਸਾਡੇ ਕੋਲ ਜਿਵੇਂ ਬੱਚੇ ਆਉਂਦੇ ਮੈਕੈਨੀਕਲ ਤੋਂ ਰਿਲੇਟਡ, ਬਟ ਉਹਨਾਂ ਦੀ ਪ੍ਰੈਫਰੈਂਸ ਡਿਫਰੈਂਟ ਹੁੰਦੀ ਹੈ ਕਿ ਜੀ ਉੱਥੇ ਪਲੰਬਰਾਂ ਦੀ ਬੜੀ ਡਿਮਾਂਡ ਹੈ, ਅਸੀਂ ਤਾਂ ਪਲੰਬਰ ਕੋਰਸ ਲੈਣਾ, ਬਟ ਉਹਦਾ ਜਿਹੜਾ ਰੈਲੇਵੈਂਸੀ ਹੈ ਉਹ ਕਿਸੇ ਹੋਰ ਕੋਰਸ ਨਾਲ ਬਣਦੀ ਹੈ। ਤੇ ਸਮ ਟਾਈਮ ਜੇ ਤੁਸੀਂ ਕਿਸੇ ਕੰਸਲਟੈਂਟ ਨੂੰ ਚੂਜ਼ ਕਰ ਰਹੇ ਹੋ ਆਪਣੀ ਫਾਈਲ ਨੂੰ ਰਿਪਰੈਜ਼ੈਂਟ ਕਰਨ ਲਈ, ਮੇਰਾ ਖਿਆਲ ਹੈ ਤੁਸੀਂ ਉਹਨਾਂ ਤੋਂ ਗਾਈਡਲਾਈਨਸ ਵੀ ਲੈਣੀ ਚਾਹੀਦੀ ਹੈ ਕਿ ਕਿਹੜੇ ਕੋਰਸ ਦੇ ਵਿੱਚ ਰੈਲੇਵੈਂਸੀ ਹੈ, ਕਿਹੜਾ ਇਨਟੇਕ ਅਵੇਲੇਬਿਲਿਟੀ ਹੈ, ਕਿਸ ਇਨਟੇਕ ਦੇ ਵਿੱਚ ਕਿੰਨੀ ਤਰੀਕ ਤੋਂ ਪਹਿਲਾਂ ਫਾਈਲ ਲਾਣੀ ਹੈ। ਸਮ ਟਾਈਮ ਬੱਚੇ ਬਹੁਤ ਹੀ ਇੱਦਾਂ ਬਿਹੇਵ ਕਰਦੇ ਆ ਕਿ ਜੀ ਅਸੀਂ ਭਰ ਦਾਂਗੇ, ਸਾਨੂੰ ਪਤਾ ਲਾਸਟ ਡੇਟ ਇੱਦਾਂ ਦੀ ਹੈਗੀ ਹੈ। ਲਾਸਟ ਡੇਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਲਾਸਟ ਡੇਟ ਤੋਂ ਆਪਾਂ ਉਸੇ ਟਾਈਮ ਭਰਨੀ ਹੈ, ਬਿਕੋਜ਼ ਵੀ ਨੀਡ ਟੂ ਅਰੇਂਜ ਡਾਕੂਮੈਂਟਸ ਫॉर ਯੋਰ ਫਾਈਲ। ਡਾਕੂਮੈਂਟਸ ਦੇ ਵਿੱਚ ਤੁਹਾਡੀ ਉੱਥੋਂ LOE ਵੀ ਆਣੀ ਹੈ, ਤੁਹਾਡਾ GIC ਸਰਟੀਫਿਕੇਟ ਵੀ ਆਣਾ ਹੈ, ਤੁਹਾਡੀ ਟ੍ਰਾਂਸਫਰ ਹੋਣ ਤੋਂ ਬਾਅਦ ਆਪਾਂ ਫਾਈਲ ਵੀ ਇਕੱਠੀ ਕਰਨੀ ਹੈ, ਕਿਉਂਕਿ ਹਰ ਇੱਕ ਪ੍ਰੋਫਾਈਲ, ਹਰ ਇੱਕ ਕੈਂਡੀਡੇਟ ਇੱਕ ਯੂਨੀਕ ਪ੍ਰੋਫਾਈਲ ਹੁੰਦੀ ਹੈ। ਹਰ ਇੱਕ ਬੱਚੇ ਦਾ ਜਿਹੜਾ ਪੈਰੈਂਟ ਹੈ ਉਹਦੀ ਡਿਫਰੈਂਟ ਪ੍ਰੋਫਾਈਲ ਹੁੰਦੀ ਹੈ, ਉਹਨਾਂ ਦੇ ਇਨਕਮ ਡਾਕੂਮੈਂਟਸ ਤੋਂ ਲੈ ਕੇ ਉਹਨਾਂ ਦੀ ਪੂਰੀ ਪ੍ਰੋਪਰ ਫਾਈਲਿੰਗ ਤੋਂ ਲੈ ਕੇ ਸਾਰੀ ਚੀਜ਼ਾਂ ਨੂੰ ਆਪਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੁੰਦਾ ਹੈ। ਇਸ ਕਰਕੇ ਟਾਈਮ ਨਾਲ ਅਪਲਾਈ ਕਰੋ ਤੇ ਟਾਈਮ ਆਪਣੇ ਕੰਸਲਟੈਂਟ ਨੂੰ ਵੀ ਦਿਓ। ਠੀਕ ਹੈ ਜੀ, ਕਾਲਰ ਦਾ ਸਵਾਲ ਲੈ ਲੈਂਦੇ ਹਾਂ ਜੀ। ਸਵਾਗਤ ਹੈ, ਕੀ ਜਾਣਕਾਰੀ ਚਾਹੁੰਦੇ ਹੋ ਜੀ? ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਸਵਾਲ ਹੈ, ਕਿੱਥੋਂ ਬੋਲ ਰਹੇ ਹੋ? ਮੈਮ ਮੈਂ +2 ਕੀਤੀ ਸੀ 2021 ਚ। ਓਕੇ। 65% ਨੰਬਰ ਹੈ ਜੀ ਮੇਰੇ, 5.5 ਬੈਂਡ ਆ ਜੀ। ਓਕੇ, ਕਿਹੜੀ ਕੰਟਰੀ ਸਹੀ ਰਹੇਗੀ ਜੀ? ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ? ਮੇਰਾ ਤਾਂ ਵੈਸੇ ਮੈਮ ਕੈਨੇਡਾ ਦਾ ਹੀ ਹੈ ਜੀ। ਬੋਲ ਕਿੱਥੋਂ ਰਹੇ ਹੋ? ਮੈਂ ਪਟਿਆਲੇ ਤੋਂ ਜੀ। ਨਾਮ ਕੀ ਹੈ? ਮੇਰਾ ਰਵਿੰਦਰ ਸਿੰਘ ਜੀ। ਰਵਿੰਦਰ ਸਿੰਘ। ਓਕੇ ਰਵਿੰਦਰ ਜੀ, ਈਚ 5.5 ਹੈ ਤੁਹਾਡਾ ਸਕੋਰ? ਹਾਂਜੀ, ਓਵਰਆਲ ਆ ਜੀ। ਓਕੇ, ਓਵਰਆਲ ਕਿਸੇ 'ਚ 5 ਵੀ ਹੈਗੇ ਨੇ? ਇੱਕ ਹੈ ਜੀ 5 ਸਪੀਕਿੰਗ ਚ। ਓਕੇ, ਠੀਕ ਹੈ। 2021 ਕਿਹੜੀ ਸਟਰੀਮ ਦੇ ਨਾਲ +2 ਕਰੀ ਹੈ ਤੁਸੀਂ? ਆਰਟਸ ਜੀ। ਆਰਟਸ ਦੇ ਵਿੱਚ, ਠੀਕ ਹੈ ਜੀ। ਤੁਸੀਂ TV ਸਕਰੀਨ ਤੇ ਆਪਣਾ ਆਨਸਰ ਰਵਿੰਦਰ ਸੁਣ ਸਕਦੇ ਹੋ। ਮੈਡਮ ਕੀ ਕਹੋਗੇ? ਇੱਕ ਮੋਡਿਊਲ 5। ਦੇਖੋ ਮੈਮ, ਇਹ ਬਿਲਕੁਲ ਵੀ ਸੁਟੇਬਲ ਪ੍ਰੋਫਾਈਲ ਨਹੀਂ ਹੈ ਇਫ ਵੀ ਆਰ ਗੋਇੰਗ ਫॉर ਕੈਨੇਡਾ ਸਟੂਡੈਂਟ ਵੀਜ਼ਾ, ਕਿਉਂਕਿ ਕੈਨੇਡਾ ਸਟੂਡੈਂਟ ਦੇ ਵਿੱਚ ਜੇ ਬੱਚੇ ਦਾ ਇੱਕ ਮੋਡਿਊਲ ਦੇ ਵਿੱਚ 5.5 ਹੈ, ਵੀ ਕੈਨ ਕਵਰ ਅਪ ਦੈਟ, ਕਿ ਬੱਚੇ ਦੇ ਕੋਲ ਇੰਨਾ ਟਾਈਮ ਨਹੀਂ ਸੀਗਾ ਕਿ ਉਹ ਰਿਪੀਟ ਕਰ ਸਕੇ, ਬਟ 21 ਆਲਰੇਡੀ ਬੱਚਾ ਜਿਹੜਾ ਹੈ ਪਾਸ ਆਊਟ ਹੈ, ਤੇ ਉਸ ਤੋਂ ਬਾਅਦ ਉਹਦਾ 5.5 ਓਵਰਆਲ ਹੈ, ਇੱਕ ਮੋਡਿਊਲ ਦੇ ਵਿੱਚ 5 ਬੈਂਡ ਹੈ। ਤੇ ਇਹਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਤਾਂ ਬੱਚੇ ਨੂੰ ਇਹ ਰਿਕਮੈਂਡ ਕਰਨ ਦੀ ਜ਼ਰੂਰਤ ਹੈ ਕਿ ਆਪਣੀ ਪੜ੍ਹਾਈ ਜਿਹੜੀ ਨਾਲ ਹੈ ਉਹ ਬਿਲਕੁਲ ਨਾ ਛੱਡੋ। 21 ਤੋਂ ਬਾਅਦ ਤੁਸੀਂ ਆਪਣੀ ਗ੍ਰੈਜੂਏਸ਼ਨ ਨੂੰ ਕੰਟੀਨਿਊ ਰੱਖੋ, ਨਾਲ ਆਪਣੀ ਜਿਹੜਾ ਆਲਸੋ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ 6 ਬੈਂਡ 6 ਚ ਤੁਹਾਡੇ ਆ ਜਾਂਦੇ ਹੈ, ਤਾਂ ਕਿ ਤੁਹਾਡਾ ਜਿਹੜਾ ਗੈਪ ਹੈ ਉਹ ਫਾਈਲ ਦੇ ਵਿੱਚ ਕੰਸੀਡਰ ਨਾ ਹੋਵੇ ਕਿ ਤੁਸੀਂ ਇੰਨਾ ਟਾਈਮ ਜਿਹੜਾ ਗੈਪ ਪਾਤਾ, ਇਟ ਮੀਨਸ ਤੁਸੀਂ ਜੈਨੂਇਨ ਸਟੂਡੈਂਟ ਨਹੀਂ ਹੋ, ਤੁਸੀਂ ਵਾਪਸ ਨਹੀਂ ਆਣਾ। ਇਹ ਬੜੇ ਵੀਜ਼ਾ ਅਫਸਰ ਦੇ ਕੰਸਰਨ ਹੁੰਦੇ ਇੱਕ ਸਟੂਡੈਂਟ ਨੂੰ ਲੈ ਕੇ, ਕਿ ਜੇ ਤੁਸੀਂ ਇੰਨੇ ਹੀ ਆਪਣੇ ਭਵਿੱਖ ਨੂੰ ਲੈ ਕੇ ਅਵੇਅਰ ਹੋ ਕਿ ਤੁਸੀਂ ਕੈਨੇਡਾ ਦੇ ਵਿੱਚ ਆਪਣਾ ਜਿਹੜਾ ਫਿਊਚਰ ਬਣਾਉਣਾ ਹੈ, ਤੇ ਇਹਦਾ ਮਤਲਬ ਤੁਸੀਂ ਇੰਡੀਆ ਦੇ ਵਿੱਚ ਇੰਨਾ ਟਾਈਮ ਕਿਵੇਂ ਖਰਾਬ ਕਰਤਾ। ਤੇ ਹਰ ਵਾਰੀ ਅਸੀਂ ਇਸ ਗੱਲ ਨੂੰ ਬਹੁਤ ਪ੍ਰੈਸ਼ਰ ਕਰਦੇ ਹਾਂ ਕਿ ਇੱਕ ਸਟੂਡੈਂਟ ਦਾ ਅੱਜ ਕੱਲ੍ਹ ਕੀ ਭਾਵ ਹੁੰਦਾ ਹੈ ਕਿ ਕੰਸਲਟੈਂਟ ਦੇ ਕੋਲ ਫਾਈਲ ਅਪਲਾਈ ਕਰਤੀ ਜੀ, ਹੁਣ ਤਾਂ ਅਸੀਂ ਫ੍ਰੀ ਹਾਂ, ਵੀਜ਼ਾ ਆਉਣ ਵਾਲਾ ਹੈ, ਅਸੀਂ ਤਾਂ ਜਾ ਰਹੇ ਹਾਂ। ਇੱਦਾਂ ਬਿਲਕੁਲ ਨਹੀਂ ਕਰਨਾ ਚਾਹੀਦਾ। ਸਾਈਡ ਬਾਈ ਸਾਈਡ ਜੇ ਤੁਸੀਂ ਕਿਸੇ ਕੋਰਸ ਦੇ ਵਿੱਚ ਵੀ ਅਪਲਾਈ ਕੀਤਾ, ਉਹਦੇ ਕੁਝ ਸਰਟੀਫਿਕੇਟ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਲੈ ਕੇ ਆਪਣਾ ਜਿਹੜਾ ਗੈਪ ਹੈ ਉਹਨੂੰ ਕਵਰ ਕਰੋ, ਕਿ ਅਸੀਂ ਜੀ ਐਨਹਾਂਸ ਕੀਤਾ, ਜਿਹੜੇ ਕੋਰਸ ਆਪਾਂ ਅੱਗੇ ਜਾ ਕੇ ਕਰਨੇ ਆ ਉਹਨਾਂ ਦੀ ਪ੍ਰੀਪੇਰੇਸ਼ਨ ਜਿਹੜੀ ਆ ਆਪਾਂ ਇੰਡੀਆ ਤੋਂ ਸਟਾਰਟ ਕੀਤੀ। ਅਸੀਂ ਗ੍ਰੈਜੂਏਸ਼ਨ ਫਸਟ ਈਅਰ ਦੇ ਵਿੱਚ ਐਡਮਿਸ਼ਨ ਲਿੱਤਾ ਕਿ ਜਦੋਂ ਤੱਕ ਵੀਜ਼ਾ ਨਹੀਂ ਆਉਂਦਾ ਹੈ ਆਪਾਂ ਘੱਟੋ ਘੱਟ ਆਪਣਾ 1 ਸਾਲ ਤੱਕ ਕੰਪਲੀਟ ਕਰੀਏ। ਠੀਕ ਹੈ, ਬਿਲਕੁਲ ਮੈਮ। ਹੋਰ 4 ਦਿਨਾਂ ਨੂੰ ਅਸੀਂ 2000
2022 ਚੋਂ ਹਨਾ ਕੰਪਲੀਟ ਕਰਕੇ 2023 ਵੱਲ ਨੂੰ ਅਗਰਸਰ ਹੋ ਜਾਣਾ ਤੇ ਹੋਰ 2-3 ਮਹੀਨਿਆਂ ਨੂੰ ਅਗਲੇ ਇਨਟੇਕ ਵਾਲੇ ਜਿਹੜੇ ਬੱਚੇ ਹੈ CBSE ਔਰ ਬਾਕੀ ਹਨਾ ਇਹਨਾਂ ਬੱਚਿਆਂ ਦੇ ਪੇਪਰ ਹੋਣੇ ਸ਼ੁਰੂ ਹੋ ਜਾਣੇ ਆ। ਰਾਈਟ। ਇਹਨਾਂ ਬੱਚਿਆਂ ਨੂੰ ਅੱਜ ਹੀ ਕਿਹੜੀ ਚੀਜ਼ ਦੇ ਉੱਪਰ ਗੌਰ ਕਰਨ ਦੀ ਜ਼ਰੂਰਤ ਹੈ ਤਾਂ ਕਿ ਕੱਲ ਨੂੰ ਰਿਜੈਕਸ਼ਨ ਵਰਗੀ ਚੀਜ਼ ਦਾ ਚਿਹਰਾ ਜਿਹੜਾ ਨਾ ਦੇਖਣਾ ਪਵੇ? ਸਭ ਤੋਂ ਪਹਿਲੀ ਗੱਲ ਕਿ ਜੇ ਤੁਸੀਂ ਹੁਣੇ ਆਪਣੀ +2 ਪਰਸਿਊ ਕਰ ਰਹੇ ਹੋ ਤੇ ਆਪਣੀ ਪੜ੍ਹਾਈ ਦੇ ਵੱਲ ਬਹੁਤ ਹੀ ਜ਼ਿਆਦਾ ਧਿਆਨ ਦਿਓ ਕਿ ਤੁਹਾਡਾ ਜਿਹੜਾ ਪਰਸੈਂਟੇਜ ਸਕੋਰ ਹੈ ਉਹ 65% ਤੋਂ ਥੱਲੇ ਨਹੀਂ ਜਾਣਾ ਚਾਹੀਦਾ ਹੈ। ਸਮ ਟਾਈਮ ਸਾਡੇ ਕੋਲ ਬਹੁਤ ਬ੍ਰਿਲੀਅੰਟ ਪ੍ਰੋਫਾਈਲ ਆਉਂਦੀ ਹੈ ਕਿ ਬੱਚੇ ਨੇ ਸਾਰੇ ਸਕੋਰਸ ਵਧੀਆ ਲਿੱਤੇ ਹੈ ਬਟ ਉਹਦਾ ਜਿਹੜਾ ਓਵਰਆਲ ਸਕੋਰ ਜਾ ਰਿਹਾ ਹੈ ਉਹ 64 ਹੋ ਗਿਆ, 61 ਹੋ ਗਿਆ ਤੇ ਸਮ ਟਾਈਮ ਐਦਾਂ ਦੇ ਬੱਚਿਆਂ ਨੂੰ ਰਿਜੈਕਸ਼ਨ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਬਿਕੋਜ਼ ਉਹਨਾਂ ਦੀ ਇਸ ਇੱਕ ਗਲਤੀ ਪਿੱਛੇ, ਕਿਉਂਕਿ ਬੱਚੇ ਨੂੰ ਬਹੁਤ ਹੀ ਕੈਜੂਅਲ ਲੱਗਦਾ ਜੀ ਮੈਂ ਤਾਂ ਬਾਹਰ ਹੀ ਜਾਣਾ ਹੈ, ਮੈਂ ਇੱਥੇ ਹੁਣ ਕੁਝ ਨਹੀਂ ਕਰਨਾ ਜੀ, ਮੇਰੀ ਤਾਂ ਪੜ੍ਹਾਈ ਹੋ ਗਈ ਹੈ, ਮੈਂ +2 ਕਰ ਲੈਣੀ ਹੈ ਤੇ ਮੈਂ ਚਲੇ ਜਾਣਾ ਹੈ। ਤੇ ਇਹ ਸਭ ਤੋਂ ਪਹਿਲਾਂ ਕਿ ਜੋ ਵੀ ਆਪਾਂ ਕੰਮ ਕਰਦੇ ਪਏ ਹਾਂ ਇੱਥੇ, ਜੋ ਵੀ ਆਪਾਂ ਸਟੱਡੀ ਇੱਥੇ ਕਰਦੇ ਪਏ ਹਾਂ ਉਹਨੂੰ ਪੂਰੀ ਲਗਨ ਦੇ ਨਾਲ ਕਰੋ। ਆਪਣੀ ਜਿਹੜੀ ਪਰਸੈਂਟੇਜ ਹੈ ਉਹ ਵਧੀਆ ਤੋਂ ਵਧੀਆ ਲੈ ਕੇ ਆਓ ਸੋ ਦੈਟ ਤੁਹਾਡੀ ਜਿਹੜੀ ਪ੍ਰੋਫਾਈਲ ਹੈ, ਤੁਹਾਡੀ ਜਿਹੜੀ ਫਾਈਲ ਹੈ ਉਹ ਬਹੁਤ ਹੀ ਸਟਰੋਂਗ ਹੋ ਕੇ ਵੀਜ਼ਾ ਅਫਸਰ ਦੇ ਸਾਹਮਣੇ ਜਾਏ। ਠੀਕ ਹੈ ਜੀ, ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਨੰਬਰ ਸਕਰੀਨ ਦੇ ਹੇਠਾਂ ਸਾਂਝੇ ਕਰਦੇ ਪਏ ਹਾਂ ਅਸੀਂ ਤੁਹਾਡੇ ਨਾਲ। ਕੋਰਸ ਦੀ ਚੋਣ ਜਿਹੜੀ ਹੈ ਕਿੰਨਾ ਕੁ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਵੀਜ਼ਾ ਗ੍ਰਾਂਟ ਕਰਾਉਣ ਤੋਂ ਲੈ ਕੇ ਗਾਂ ਸੈਟਲਮੈਂਟ ਆਪਸ਼ਨ ਤੱਕ ਵੀ? ਬਿਲਕੁਲ, ਇਹ ਮੈਮ ਬਹੁਤ ਹੀ ਸਪੈਸੀਫਿਕ ਕੁਐਸਚਨ ਹੈ ਇੱਕ ਸਟੂਡੈਂਟ ਲਈ ਬਿਕੋਜ਼ ਸਮ ਟਾਈਮ ਕੀ ਹੁੰਦਾ ਹੈ ਬੱਚਾ ਇਸ ਚੀਜ਼ ਤੇ ਗੌਰ ਹੀ ਨਹੀਂ ਕਰਦਾ ਕਿ ਕਿਹੜੇ ਕੋਰਸ ਦੇ ਵਿੱਚ ਉਹਦਾ ਇੰਟਰਸਟ ਬਣ ਰਿਹਾ, ਕਿਹੜਾ ਕੋਰਸ ਉਹਨੂੰ ਰੈਲੇਵੈਂਟ ਆ ਰਿਹਾ, ਕਿਹੜੇ ਕੋਰਸ ਦੇ ਵਿੱਚ ਉਹਨੂੰ ਜੌਬ ਆਪਸ਼ਨ ਜਿਹੜੀ ਹੈ ਕੈਨੇਡਾ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਮਿਲੂਗੀ, ਕਿ ਉਹ ਆਕਿਊਪੇਸ਼ਨ ਡਿਮਾਂਡ ਦੇ ਵਿੱਚ ਵੀ ਹੈਗਾ ਕਿ ਨਹੀਂ ਹੈਗਾ। ਤੇ ਜਿਹੜੇ ਬੱਚੇ ਇੱਥੇ ਆਪਣੀ ਸਟੱਡੀਜ਼ ਨੂੰ ਕੰਟੀਨਿਊ ਕਰ ਰਹੇ ਨੇ ਉਹਨਾਂ ਨੂੰ ਨਾਲ ਦੇ ਨਾਲ ਇਹ ਵੀ ਐਕਸਪਲੋਰ ਕਰਨ ਦੀ ਲੋੜ ਹੈ ਕਿ ਜਿਹੜੇ ਵੀ ਪ੍ਰੋਵਿੰਸ ਦੇ ਵਿੱਚ ਉਹਨਾਂ ਨੇ ਅਪਲਾਈ ਕਰਨਾ ਉੱਥੇ ਸਭ ਤੋਂ ਜ਼ਿਆਦਾ ਜਿਹੜਾ ਆਕਿਊਪੇਸ਼ਨ ਹੈ ਕਿਹੜਾ ਡਿਮਾਂਡ ਦੇ ਵਿੱਚ ਹੈ, ਸੋ ਦੈਟ ਉਹਨਾਂ ਨੂੰ ਇਸ ਗੱਲ ਦੀ ਬਿਲਕੁਲ ਵੀ ਇਹ ਚਿੰਤਾ ਨਾ ਕਰਨੀ ਪਏ ਕਿ ਪਤਾ ਨਹੀਂ ਸਾਡੀ ਸਟੱਡੀਜ਼ ਕੰਪਲੀਟ ਹੋਣ ਤੋਂ ਬਾਅਦ ਅਸੀਂ ਉਸ ਲੈਵਲ ਤੇ ਉੱਥੇ ਕੰਮ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ। ਬਿਕੋਜ਼ ਮੋਸਟਲੀ ਬੱਚਾ ਜਿਹੜਾ ਹੁੰਦਾ ਬਿਜ਼ਨਸ ਚੂਜ਼ ਕਰ ਲੈਂਦਾ, ਬਿਜ਼ਨਸ ਚੂਜ਼ ਕਰਕੇ ਫਿਰ ਉਹ ਬਿਜ਼ਨਸ ਦੇ ਵਿੱਚ ਇਹ ਸੋਚਦਾ ਹੈ ਕਿ ਅਸੀਂ ਇੱਥੇ ਬਿਜ਼ਨਸ ਦੇ ਬੇਸਿਸ ਤੇ ਹੀ PR ਲੈਣੀ, ਬਟ ਬਿਜ਼ਨਸ ਇੱਥੋਂ ਐਡਮਿਸ਼ਨ ਲੈਣਾ ਬਹੁਤ ਆਸਾਨ ਹੈ। ਜਦੋਂ ਤੁਹਾਡੀ PR ਦੀ ਫਾਈਲ ਡਲਦੀ ਹੈ ਤੁਹਾਨੂੰ ਮੈਨੇਜਰ ਲੈਵਲ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਸ਼ੋ ਕਰਨਾ ਪੈਂਦਾ ਹੈ ਤੇ ਮੈਨੇਜਰ ਲੈਵਲ ਤੇ ਪਹੁੰਚਣ ਦੇ ਨਾਲ ਬੱਚੇ ਨੂੰ ਜਿਵੇਂ ਹੀ ਸਟੱਡੀ ਉੱਥੇ ਜਾ ਕੇ ਸਟਾਰਟ ਹੁੰਦੀ ਹੈ ਨਾਲ ਦੇ ਨਾਲ ਜੌਬ ਸਟਾਰਟ ਕਰਨੀ ਪੈਂਦੀ ਹੈ, ਜੌਬ ਦੇ ਵਿੱਚ ਪ੍ਰਮੋਟ ਹੋ ਕੇ ਉਹ ਮੈਨੇਜਰ ਪੋਜੀਸ਼ਨ ਦੇ ਵਿੱਚ ਪਹੁੰਚਦਾ ਹੈ। ਜੀ, ਕਾਲਰ ਦਾ ਸਵਾਲ ਲੈ ਲੈਂਦੇ ਆ। ਸਤਿ ਸ਼੍ਰੀ ਅਕਾਲ, ਕੀ ਜਾਣਕਾਰੀ ਚਾਹੁੰਦੇ ਹੋ ਜੀ? ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਸਵਾਲ ਹੈ? ਕਿੱਥੋਂ ਬੋਲ ਰਹੇ? ਮਨਦੀਪ ਗੱਲ ਕਰ ਰਹੀ ਹਾਂ ਜੀ। ਠੀਕ ਹੈ, ਮੈਂ ਵੀ ਮਨਦੀਪ ਗੱਲ ਕਰ ਰਹੀ ਹਾਂ ਜੀ, ਪੁੱਛੋ ਕੀ ਸਵਾਲ ਹੈ? ਹਾਂਜੀ ਮੈਮ, ਮੈਂ ਗ੍ਰਾਫਿਕ ਡਿਜ਼ਾਈਨਰ ਹਾਂ ਜੀ। ਓਕੇ, ਕਿੰਨੇ ਟਾਈਮ ਦਾ ਐਕਸਪੀਰੀਅੰਸ ਹੈ? ਮੈਮ ਮੈਨੂੰ 5 ਇਅਰਸ ਦਾ ਐਕਸਪੀਰੀਅੰਸ ਹੈ। ਓਕੇ, ਏਜ ਕਿੰਨੀ ਹੈ? ਹਾਂਜੀ ਮੈਮ ਮੇਰੀ ਏਜ 30 ਹੈ ਜੀ। ਓਕੇ, ਆਇਲਸ ਕੀਤਾ ਮੈਮ ਤੁਸੀਂ? ਨਹੀਂ ਮੈਮ, ਆਇਲਸ ਨਹੀਂ ਕੀਤਾ ਜੀ। ਠੀਕ ਹੈ, ਕੁਆਲੀਫਿਕੇਸ਼ਨ ਕੀ ਹੈ ਤੁਹਾਡੀ? MTech। ਓਕੇ, ਠੀਕ ਹੈ, ਸਵਾਲ ਕੀ ਹੈ? ਮੈਮ ਕੈਨੇਡਾ ਸੈਟਲ ਹੋ ਸਕਦੀ ਹੈ ਮੈਂ, ਕੁਝ ਆਪਸ਼ਨਸ ਨੇ PR ਜਾਂ ਫਿਰ ਵਰਕ ਵੀਜ਼ਾ ਲਈ? ਠੀਕ ਹੈ ਜੀ, ਤੁਸੀਂ TV ਸਕਰੀਨ ਤੇ ਆਪਣਾ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸਾਡੇ ਨਾਲ ਜੁੜਨ ਦੇ ਲਈ। ਜੀ ਮੈਮ, ਕੀ ਕਹੋਗੇ? ਬਿਲਕੁਲ ਮੈਮ, ਇਹ ਸਟਰੀਮ ਆਪਾਂ ਕਵਰ ਜਿਹੜੀ ਹੈ ਨਹੀਂ ਕਰ ਪਾਏ। ਅੱਜ ਕੱਲ੍ਹ ਜਿਵੇਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਅੱਜ ਕੱਲ੍ਹ ਹਰ ਬੰਦਾ ਸੋਸ਼ਲ ਮੀਡੀਆ ਤੇ ਐਕਟੀਵੇਟ ਹੈ ਤੇ ਆਪਣੇ ਆਪ ਨੂੰ ਇੱਕ ਗ੍ਰਾਫਿਕ ਡਿਜ਼ਾਈਨਰ ਵੀ ਕਹਿ ਰਿਹਾ ਹੈ ਕਿ ਮੈਂ ਗ੍ਰਾਫਿਕ ਡਿਜ਼ਾਈਨਰ ਹਾਂ, ਅਸੀਂ ਐਡੀਟਿੰਗ ਕਰਦੇ ਹਾਂ, ਅਸੀਂ ਰੀਲਸ ਵੀ ਬਣਾਉਂਦੇ ਹਾਂ, ਅਸੀਂ ਬਹੁਤ ਕੁਝ ਕਰਦੇ ਹਾਂ। ਬਟ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ, ਜੇ ਤੁਸੀਂ ਗ੍ਰਾਫਿਕ ਡਿਜ਼ਾਈਨਰ ਹੋ, ਜੇ ਤੁਹਾਡਾ ਐਕਸਪੀਰੀਅੰਸ ਮੀਡੀਆ ਲਾਈਨ ਤੋਂ ਰਿਲੇਟਡ ਹੈ, ਤੁਸੀਂ ਬਿਲਕੁਲ ਆਪਣੀ ਫਾਈਲ ਜਿਹੜੀ ਹੈ ਸੈਲਫ ਐਮਪਲੋਇਡ ਕੈਟੇਗਰੀ ਦੇ ਵਿੱਚ ਪਾ ਸਕਦੇ ਹੋ। ਅੱਜ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ, ਬਟ ਵੀ ਨੀਡ ਸੋ ਮੈਨੀ ਰਿਕਮੈਂਡੇਸ਼ਨ ਲੈਟਰ ਫਰੋਮ ਯੋਰ ਸਾਈਡ ਕਿ ਕਿਹੜੇ ਤੁਸੀਂ ਬ੍ਰਾਂਡ ਨਾਲ ਕੰਮ ਕੀਤਾ ਹੈ, ਕਿਹੜੇ ਬ੍ਰਾਂਡ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕੀਤਾ ਹੈ, ਕਿ ਤੁਸੀਂ ਉਹਨਾਂ ਦਾ ਕੰਮ ਕਰਕੇ ਉਹਨਾਂ ਨੂੰ ਉਹ ਕੀਤਾ, ਸਪੋਰਟ ਕੀਤਾ ਹੈ। ਉਹ ਸਾਰੀ ਚੀਜ਼ਾਂ ਨੂੰ ਸਾਨੂੰ ਰਿਕੁਆਇਰਮੈਂਟ ਰਹਿੰਦੀ ਹੈ। ਇਹ ਸਾਰੀ ਜਿਹੜੀ ਰਿਕੁਆਇਰਮੈਂਟਸ ਨੇ ਤੁਸੀਂ ਜਦੋਂ ਆਫਿਸ ਆਉਂਦੇ ਹੋ ਅਸੀਂ ਤੁਹਾਨੂੰ ਪੂਰੀ ਚੈੱਕਲਿਸਟ ਦੇ ਨਾਲ ਪ੍ਰੋਵਾਈਡ ਕਰਦੇ ਹਾਂ। ਜੀ, ਬਹੁਤ ਬਹੁਤ ਸ਼ੁਕਰੀਆ ਮੈਮ। ਸਾਡਾ ਇਜਾਜ਼ਤ ਲੈਣ ਦਾ ਵੀ ਵੇਲਾ ਹੋ ਰਿਹਾ, ਤਾਂ ਇਸ ਦੇ ਵਿੱਚ ਸਾਡੇ ਦਰਸ਼ਕਾਂ ਨਾਲ ਸੁਨੇਹਾ ਕੀ ਸਾਂਝਾ ਕਰਨਾ ਚਾਹੂੰਗੇ? ਔਰ ਇੱਕ ਚੀਜ਼ ਮੈਂ ਫਿਰ ਤੋਂ ਤੁਹਾਡੇ ਤੋਂ ਜਾਣਕਾਰੀ ਚਾਹੂੰਗੀ, ਸੈਲਫ ਐਮਪਲੋਇਡ ਪ੍ਰੋਗਰਾਮ ਜਿਹੜਾ ਉਸ 'ਚ ਸਾਨੂੰ ਆਇਲਸ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ? ਮੈਮ ਬਿਲਕੁਲ ਜ਼ਰੂਰਤ ਨਹੀਂ ਹੈ, ਬਟ ਜਿਨ੍ਹਾਂ ਨੇ ਆਲਰੇਡੀ ਕੀਤਾ ਹੋਇਆ ਹੈ ਉਹਨਾਂ ਨੂੰ ਪੁਆਇੰਟਸ ਉਹਦੇ ਜ਼ਰੂਰ ਮਿਲਦੇ ਆ। ਉਹ ਇੱਕ ਪਲੱਸ ਪੁਆਇੰਟ ਉਹਨਾਂ ਦੀ ਫਾਈਲ ਦੇ ਵਿੱਚ ਰਹਿੰਦਾ ਹੈ ਤੇ ਇਹ ਸਾਡੀ ਇੱਕ ਕਮਿਊਨੀਕੇਸ਼ਨ ਸਕਿੱਲ ਹੈ ਕਿ ਸਾਨੂੰ ਇੱਕ ਲੈਂਗੁਏਜ ਆਉਂਦੀ ਹੈ। ਇਹਦਾ ਇਹ ਮਤਲਬ ਬਿਲਕੁਲ ਜਿਵੇਂ ਬੱਚਿਆਂ ਨੂੰ ਹਊਆ ਬਣਿਆ ਹੋਇਆ ਆਇਲਸ ਦਾ ਮਤਲਬ ਇਹ ਹੁੰਦਾ ਹੈ ਕਿ ਆਪਾਂ ਇੰਗਲਿਸ਼ ਲੈਂਗੁਏਜ ਨੂੰ ਅੰਡਰਸਟੈਂਡ ਕਰ ਰਹੇ ਹਾਂ, ਅਸੀਂ ਬੋਲ ਸਕਦੇ ਹਾਂ, ਅਸੀਂ ਪੜ੍ਹ ਸਕਦੇ ਹਾਂ, ਲਿਖ ਸਕਦੇ ਹਾਂ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਦੇ ਲਈ ਔਰ ਸਵਾਲਾਂ ਦੇ ਜਵਾਬ ਦੇਣ ਲਈ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸਾਡੇ ਦਰਸ਼ਕ ਲਗਾਤਾਰ ਹਾਲੇ ਵੀ ਸਾਡੇ ਨਾਲ
ਜੁੜ ਰਹੇ ਨੇ, ਲੇਕਿਨ ਸਾਡਾ ਟੀਵੀ ਸਕਰੀਨ ਤੋਂ ਇਜਾਜ਼ਤ ਲੈਣ ਦਾ ਵੇਲਾ ਹੋ ਗਿਆ ਹੈ। ਲੇਕਿਨ ਇਹ ਜਿਹੜੀਆਂ ਸਰਵਿਸਿਜ਼ ਨੇ ਗੋ ਵੀਜ਼ਾ ਦੀਆਂ, ਇਹ ਇਦਾਂ ਹੀ ਚੱਲਦੀਆਂ ਰਹਿਣਗੀਆਂ। ਤੁਸੀਂ ਸਾਡੇ ਸ਼ੋਅ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ ਔਰ ਆਪਣੇ ਸਵਾਲਾਂ ਦੇ ਜਵਾਬ ਜਿਹੜੇ ਹੈ ਸਾਡੇ ਸ਼ੋਅ ਤੋਂ ਬਾਅਦ ਵੀ ਇਹਨਾਂ ਦੀ ਟੀਮ ਤੋਂ ਲੈ ਸਕਦੇ ਹੋ। ਫਿਰ ਤੋਂ ਹਾਜ਼ਰ ਹੋਵਾਂਗੇ। ਰੱਖੋ ਧਿਆਨ, ਧੰਨਵਾਦ, ਸਤਿ ਸ਼੍ਰੀ ਅਕਾਲ।